1.5 ਸਾਲ ਦਾ ਬੱਚਾ ਹੁੰਦਾ, 2 ਸਾਲ ਦਾ ਬੱਚਾ ਹੁੰਦਾ, ਤੇ ਮਗਰ ਪੈ ਜਾਂਦੇ ਰਾਈਮਸ ਸਿਖਾਉਣੀਆਂ, ਟਵਿੰਕਲ ਟਵਿੰਕਲ ਸਿਖਾਉਣਾ, ਕਲਰਸ ਸਿਖਾਉਣੇ ਆ, 1 2 ਸਿਖਾਉਣਾ। ਉਹ ਟਾਈਮ ਇੰਟੈਲੈਕਟ ਦਾ ਆ, ਉਹ ਟਾਈਮ ਇੰਟੈਲੀਜੈਂਸ ਜਾਂ ਮੈਮਰੀ ਦਾ ਨਹੀਂ ਹੈ। ਮੈਂ ਬਹੁਤ ਸਾਰੇ ਗਰੋਸਰੀ ਸਟੋਰ 'ਤੇ ਦੇਖਦਾ, ਤੁਸੀਂ 2 ਸਾਲ ਦੇ ਬੱਚੇ ਨੂੰ ਕਹਿ ਦਿਓ, ਉਹਨੂੰ ਲੀਡਰ ਬਣਾ ਦਿਓ ਗਰੋਸਰੀ ਸਟੋਰ 'ਚ ਆ ਕੇ ਕਿ ਚੱਲ ਬਈ ਫੜ ਸੇਬ ਕਿੱਥੇ ਆ, ਫੜ ਦੁੱਧ ਕਿੱਥੇ ਆ। ਯੂ ਵਿਲ ਬੀ ਸਰਪ੍ਰਾਈਜ਼ਡ ਕਿ ਉਹਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ। ਜਦੋਂ ਬੱਚਾ ਜਿੱਦ ਕਰ ਰਿਹਾ ਨਾ, ਜੇ ਤੁਸੀਂ ਬੱਚੇ ਦੇ ਲੈਵਲ 'ਤੇ ਜਾ ਕੇ ਦੇਖੋ ਤਾਂ ਉਹਨੂੰ ਲੱਗਦਾ ਪੇਰੈਂਟਸ ਜਿੱਦ ਕਰ ਰਹੇ, ਉਹ ਕਹਿੰਦਾ ਮੈਂ ਆਹ ਕਰਨਾ, ਤੁਸੀਂ ਕਹਿ ਰਹੇ ਹੋ ਆਹ ਨਹੀਂ ਆਹ ਕਰਨਾ। ਸੋ ਬੇਸਿਕਲੀ ਅਸੀਂ ਦੋਵੇਂ ਹੀ ਜਿੱਦ ਕਰ ਰਹੇ ਹਾਂ, ਠੀਕ ਹੈ। ਬਟ ਅਸੀਂ ਚਾਹੁੰਦੇ ਹਾਂ, ਕਿਉਂਕਿ ਅਸੀਂ ਵੱਡੇ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਗੱਲ ਮੰਨੇ। ਤੁਹਾਡਾ ਬੱਚਾ ਸਿਰਫ ਤੁਹਾਨੂੰ ਬੋਲਦਿਆਂ ਨੂੰ ਸੁਣ ਕੇ ਇੱਕ ਫਸਟ ਕਲਾਸ ਲੈਂਗੁਏਜ ਬੋਲਣੀ ਸ਼ੁਰੂ ਕਰ ਦਿੰਦਾ। ਕੀ ਤੁਸੀਂ ਸਿੱਖ ਸਕਦੇ ਹੋ ਅੱਜ ਦੀ ਉਮਰ 'ਚ ਨਵੀਂ ਲੈਂਗੁਏਜ? ਮਰਨ ਤੱਕ ਨਹੀਂ ਆਉਣੀ ਜੇ ਆਪਾਂ ਹੁਣ ਨਵੀਂ ਸ਼ੁਰੂ ਕਰੀਏ। 9 ਮਹੀਨੇ ਦਾ ਬੱਚਾ ਹਰ ਚੀਜ਼ ਨੂੰ ਬੜੇ ਗੌਰ ਨਾਲ ਦੇਖਦਾ, ਹਰ ਚੀਜ਼ ਨੂੰ, ਨਿੱਕੀ ਤੋਂ ਨਿੱਕੀ ਚੀਜ਼ ਨੂੰ, ਫਰਸ਼ 'ਤੇ ਪਈ ਨੂੰ ਗੌਰ ਨਾਲ ਦੇਖਦਾ, ਉਹਨੂੰ ਫੜਦਾ, ਉਹਨੂੰ ਮੂੰਹ 'ਚ ਪਾਉਂਦਾ, ਉਹਨੂੰ ਦੇਖਦਾ, ਉਹਦੇ ਨਾਲ ਖੇਡਦਾ। ਉਹ ਵਿਚਾਰਾ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਹੈ, 100 ਦੇ ਵਿੱਚੋਂ 99 ਵਾਰ ਉਹਨੂੰ ਜਿਹੜਾ ਵਰਡ ਸੁਣਨ ਨੂੰ ਮਿਲਦਾ ਹੈ ਸਾਡੇ ਮੂੰਹ 'ਚ, ਨੋ ਨੋ। ਪਰ ਬਹੁਤ ਸਾਰੇ ਪੇਰੈਂਟਸ ਨੂੰ ਗੱਲ ਹੀ ਨਹੀਂ ਆਉਂਦੀ ਕਿ ਹੁਣ ਅਸੀਂ ਗੱਲ ਕੀ ਕਰੀਏ। ਜਾਚ ਹੀ ਭੁੱਲ ਗਈ ਉਹਨਾਂ ਨੂੰ, ਉਹਨਾਂ ਕੋਲ ਕੋਈ ਗੱਲ ਹੀ ਨਹੀਂ ਹੁੰਦੀ ਕਰਨ ਵਾਸਤੇ। ਜੇ ਮੈਂ ਤੁਹਾਨੂੰ ਕਹਾਂ ਸ਼ਮੀਲ ਜੀ, ਤੁਸੀਂ ਬਾਹਰ ਜਾਣ ਲੱਗਿਆਂ ਸੱਜੇ ਪਾਸੇ ਨਹੀਂ ਦੇਖਣਾ, ਬਸ ਹੋਰ ਜੋ ਮਰਜ਼ੀ ਕਰ ਲਓ। ਹੁਣ ਤੁਹਾਡਾ ਸਾਰਾ ਜ਼ੋਰ ਜਿਹੜਾ ਨਾ ਉਹ ਸੱਜੇ ਪਾਸੇ ਦੇਖਣ 'ਤੇ ਹੀ ਲੱਗਣਾ। ਬਿਲਕੁਲ ਤੁਸੀਂ ਧਿਆਨ ਰੱਖੋਗੇ ਕਿ ਮੈਂ ਮਾੜਾ ਮੋਟਾ ਦੇਖ ਹੀ ਲਵਾਂ। ਬਟ ਇਹਦੇ ਨਾਲ ਇਹ ਤਾਂ ਇੱਕ ਆਸਪੈਕਟ ਹੈ, ਪਰ ਇੱਕ ਹੋਰ ਇੰਪੋਰਟੈਂਟ ਆਸਪੈਕਟ ਇਹਦਾ ਇਹ ਹੈ ਕਿ ਮੈਂ ਤੁਹਾਨੂੰ ਹੋਰ ਵੀ ਕਿਸੇ ਪਾਸੇ ਦੇਖਣ ਤੋਂ ਰੋਕਤਾ, ਕਿਉਂਕਿ ਤੁਹਾਡਾ ਧਿਆਨ ਮੈਂ ਸੱਜੇ ਪਾਸੇ ਨੂੰ ਲਾਤਾ, ਉਹ ਤੁਸੀਂ ਦੇਖ ਨਹੀਂ ਸਕੇ। ਹੋਰ ਕੁਝ ਜੋ ਤੁਸੀਂ ਦੇਖਣਾ ਸੀ ਉਹ ਵੀ ਮਿਸ ਹੋ ਗਿਆ ਤੁਹਾਡੇ ਕੋਲ। ਤੇ ਜਿਸ ਟੌਪਿਕ 'ਤੇ ਅਸੀਂ ਗੱਲਬਾਤ ਹੁਣ ਕਰਨੀ ਹੈ, ਇਸ ਟੌਪਿਕ ਬਾਰੇ ਇੱਕ ਗੱਲਬਾਤ ਅਸੀਂ ਪਹਿਲਾਂ ਕੁਝ ਦਿਨ ਪਹਿਲਾਂ ਕੀਤੀ ਸੀਗੀ। ਬੱਚਿਆਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੇ ਇਸ਼ੂਜ਼ ਨੇ, ਬਹੁਤ ਸਾਰੇ ਫਿਕਰ ਨੇ। ਅਤੇ ਇੱਕ ਗੱਲਬਾਤ ਅਸੀਂ ਡਾਕਟਰ ਬਰਜਿੰਦਰ ਸਿੰਘ ਚੀਮਾ ਹੋਰਾਂ ਨਾਲ ਕੀਤੀ ਸੀ, ਜਿਹੜੇ ਬੱਚਿਆਂ ਦੇ ਡਾਕਟਰ ਨੇ। ਅਤੇ ਉਸ ਤੋਂ ਬਾਅਦ ਇਹ ਕੌਮੈਂਟ ਸਾਨੂੰ ਬਹੁਤ ਸਾਰੇ ਦੋਸਤਾਂ ਦੇ ਆਏ ਕਿ ਇਸ ਗੱਲ ਨੂੰ ਦੇ ਜਿਹੜੇ ਅਗਲੇ ਪੱਖ ਨੇ, ਕਿਉਂਕਿ ਇੱਕ ਡਿਸਕਸ਼ਨ ਦੇ ਵਿੱਚ ਅਸੀਂ ਸਿਰਫ ਇੱਕ ਪਾਰਟ ਹੀ ਕਵਰ ਕਰ ਸਕੇ ਸੀਗੇ, ਅਤੇ ਇਹਦੇ ਬਾਰੇ ਜਿਹੜੀਆਂ ਪ੍ਰੋਬਲਮਸ ਨੇ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਸੀ ਕਿ ਕਿਸ ਕਿਸਮ ਦੀਆਂ ਪ੍ਰੋਬਲਮਸ ਇਸ ਵੇਲੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਇੱਥੇ, ਚਾਹੇ ਉਹ ਜਿਹੜਾ ਡਿਵਾਈਸਿਸ ਅਸੀਂ ਵਰਤ ਰਹੇ ਹਾਂ ਉਹਨਾਂ ਕਰਕੇ, ਚਾਹੇ ਇੱਥੋਂ ਦੇ ਫੂਡ ਕਰਕੇ, ਚਾਹੇ ਇੱਥੋਂ ਦੇ ਲਾਈਫ ਸਟਾਈਲ ਕਰਕੇ, ਬਹੁਤ ਹੀ ਅਲੱਗ ਕਿਸਮ ਦੇ ਇਸ਼ੂਜ਼ ਬੱਚਿਆਂ ਦੀ ਸਿਹਤ ਨੂੰ ਲੈ ਕੇ ਆ ਰਹੇ ਨੇ। ਅਤੇ ਉਹਨਾਂ ਨਾਲ ਅਸੀਂ ਕਿਵੇਂ ਡੀਲ ਕਰਨਾ, ਇਹ ਅਗਲਾ ਇੱਕ ਸਵਾਲ ਬਣ ਜਾਂਦਾ। ਇੱਕ ਤਾਂ ਹੈਗਾ ਕਿ ਬਚਣਾ ਕਿਵੇਂ ਸੀ ਇਹਨਾਂ ਪ੍ਰੋਬਲਮਸ ਤੋਂ, ਪਰ ਜੇ ਹੁਣ ਆਲਰੇਡੀ ਇਸ ਸਿਚੁਏਸ਼ਨ 'ਚ ਤੁਸੀਂ ਫਸ ਚੁੱਕੇ ਹੋ, ਬੱਚਿਆਂ 'ਤੇ ਇਹਨਾਂ ਚੀਜ਼ਾਂ ਦਾ ਨੈਗੇਟਿਵ ਇਫੈਕਟ ਹੋ ਚੁੱਕਿਆ, ਤਾਂ ਉਹਦੇ ਨਾਲ ਕਿਵੇਂ ਡੀਲ ਕਰਨਾ, ਇੱਕ ਬਹੁਤ ਵੱਡਾ ਸਵਾਲ ਸੀ। ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਬਰਜਿੰਦਰ ਸਿੰਘ ਚੀਮਾ ਨੇ, ਜਿਹੜੇ ਕਿ ਬੱਚਿਆਂ ਦੇ ਡਾਕਟਰ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਮੀਲ ਜੀ, ਅਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪਿਛਲੀ ਵਾਰ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਕੁਛ ਪ੍ਰੋਬਲਮਸ ਆਈਡੈਂਟੀਫਾਈ ਕੀਤੀਆਂ ਸੀ, ਜਿਵੇਂ ਖਾਸ ਕਰਕੇ ਜਿਹੜਾ ਸਕਰੀਨ ਟਾਈਮ ਹੈ ਉਹ ਇੰਨਾ ਜ਼ਿਆਦਾ ਹੈ, ਉਹਦਾ ਬੱਚਿਆਂ ਦੀ ਸਿਹਤ 'ਤੇ, ਮੈਂਟਲ ਹੈਲਥ 'ਤੇ ਬਹੁਤ ਅਸਰ ਪੈ ਰਿਹਾ। ਆਟਿਜ਼ਮ ਦੇ ਜਿਵੇਂ ਇਸ਼ੂਜ਼ ਨੇ, ਓਬੇਸਿਟੀ ਦੇ ਇਸ਼ੂਜ਼ ਨੇ, ਬੱਚਿਆਂ 'ਚ ਡਿਪਰੈਸ਼ਨ ਹੈ, ਬੱਚਿਆਂ ਨੂੰ ਈਵਨ ਤੁਸੀਂ ਕਿਹਾ ਸੀ ਕਿ ਸੁਸਾਈਡਲ ਟੈਂਡੈਂਸੀਜ਼ ਨੇ, ਜਿਹੜਾ ਬਹੁਤ ਹੀ ਹੈਰਾਨੀਜਨਕ ਸੀਗਾ। ਸੋ ਹੁਣ ਇਸ਼ੂ ਇਹ ਬਣ ਜਾਂਦਾ ਕਿ ਉਦੋਂ ਤੁਸੀਂ ਦੱਸਿਆ ਸੀ ਕਿ ਜਿੰਨਾ ਘਟਾਇਆ ਜਾ ਸਕੇ, ਖਾਸ ਕਰਕੇ 2 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ 'ਤੇ ਜ਼ੀਰੋ ਸਕਰੀਨ ਟਾਈਮ ਹੋਣਾ ਚਾਹੀਦਾ। ਅਤੇ ਪਰ ਰਿਐਲਿਟੀ ਇਹ ਹੈ ਕਿ ਬਹੁਤ ਸਭ ਤੋਂ ਜ਼ਿਆਦਾ ਟਾਈਮ ਉਹ ਵਰਤਦੇ ਆ। ਸੋ ਹੁਣ ਜਿਹੜੇ ਇਸ ਚੱਕਰ 'ਚ ਬੱਚੇ ਆਲਰੇਡੀ ਇਹ ਐਕਸਪੀਰੀਅੰਸ ਕਰਕੇ ਆਪਣੀ ਸਿਹਤ ਖਰਾਬ ਕਰ ਚੁੱਕੇ ਨੇ, ਜਿਨ੍ਹਾਂ 'ਚ ਪ੍ਰੋਬਲਮਸ ਆ ਚੁੱਕੀਆਂ ਨੇ, ਹਾਂਜੀ ਹਾਂਜੀ, ਉਹਨਾਂ ਲਈ ਕੀ ਸੁਜੈਸ਼ਨ ਹੈ, ਉਹਨਾਂ ਪੈਰੈਂਟਸ ਲਈ, ਜਾਂ ਉਹਨਾਂ ਕੋਲ ਕੀ ਰਸਤਾ ਹੈ? ਹਾਂਜੀ, ਇਹਦੇ 'ਚ ਸ਼ਮੀਲ ਜੀ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ, ਅਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਪਹਿਲਾਂ ਤਾਂ ਪੇਰੈਂਟਸ ਪ੍ਰੋਸੈਸ ਨੂੰ ਸਮਝ ਸਕਣ ਕਿ ਖਰਾਬ ਕਿਵੇਂ ਕਰਦੀ ਹੈ। ਅਤੇ ਮੇਰਾ ਖਿਆਲ ਹੁਣ ਆਪਾਂ ਉਸ ਤੋਂ ਅੱਗੇ ਗੱਲ ਕਰਾਂਗੇ। ਅਤੇ ਹੁਣ ਕੁਦਰਤ ਦਾ ਇੱਕ ਬੜਾ ਸਿੰਪਲ ਜਿਹਾ ਅਸੂਲ ਹੈ ਕਿ ਡਿਸਟਰਕਸ਼ਨ ਤਾਂ ਸਕਿੰਟਾਂ 'ਚ ਹੋ ਜਾਂਦੀ ਹੈ, ਤਬਾਹੀ ਤਾਂ ਬੜੀ ਛੇਤੀ ਹੋ ਜਾਂਦੀ ਹੈ।
ਪਰ ਉਸ ਤੋਂ ਬਾਅਦ ਜਿਹੜੀ ਸਿਰਜਣਾ ਵਾ ਉਹਨੂੰ ਟਾਈਮ ਲੱਗਦਾ। ਇਸੇ ਕਰਕੇ ਫਿਰ ਹਰ ਵਾਰੀ ਜਿਹੜੀ ਨੈਕਸਟ ਸਿਰਜਣਾ ਆ ਪਹਿਲਾਂ ਨਾਲੋਂ ਬੈਟਰ ਹੋ ਜਾਂਦੀ, ਕਿਉਂਕਿ ਉਹਨੂੰ ਰੈਜ਼ਿਸਟੈਂਸ ਦੇ ਅਗੇਂਸਟ ਚੱਲਣਾ ਪੈਂਦਾ। ਹੁਣ ਇਹੀ ਪ੍ਰਿੰਸੀਪਲ ਸਾਡੇ ਬੱਚਿਆਂ 'ਤੇ ਵੀ ਲਾਗੂ ਹੋਏਗਾ ਵੀ ਜਿਹੜਾ ਨੁਕਸਾਨ ਹੋ ਗਿਆ ਉਹ ਤਾਂ ਚਲੋ ਹੋ ਗਿਆ, ਪਰ ਇਹਨੂੰ ਹੁਣ ਠੀਕ ਕਰਨ ਲਈ ਟਾਈਮ ਲੱਗੂਗਾ। ਉਹਦੇ ਲਈ ਸਾਨੂੰ ਬਹੁਤ ਆਪ ਵੀ ਅਵੇਅਰ ਹੋਣਾ ਪੈਣਾ ਅਤੇ ਅਟੈਂਟਿਵ ਹੋਣਾ ਪੈਣਾ। ਹੁਣ ਬਹੁਤ ਸਾਰੇ ਬੱਚੇ ਨੇ ਜਿਹੜੇ ਤਾਂ ਬਹੁਤ ਜ਼ਿਆਦਾ ਇਫੈਕਟ ਹੋ ਜਾਂਦੇ ਆ ਅਤੇ ਉਹ ਤਾਂ ਪੇਰੈਂਟਸ ਦੀ ਨਜ਼ਰ 'ਚ ਵੀ ਆ ਜਾਂਦੇ ਆ, ਸਾਡੀ ਨਜ਼ਰ 'ਚ ਵੀ ਆ ਜਾਂਦੇ ਆ। ਕੁਛ ਨੇ ਜਿਹੜੇ ਇੰਨੇ ਜ਼ਿਆਦਾ ਇਫੈਕਟ ਨਹੀਂ ਹੁੰਦੇ ਕਿ ਦਿਸ ਸਕਣ, ਪਰ ਅੰਦਰ 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 ਉਹ ਚੱਲੀ ਜਾਂਦਾ ਕੰਮ। ਮੈਂ ਮੰਨ ਕੇ ਚੱਲ ਰਿਹਾ ਕਿ ਸੁਣਨ ਵਾਲਿਆਂ 'ਚ ਇੱਕ ਹਿੱਸਾ ਇਹੋ ਜਿਹਾ ਵੀ ਹੋਏਗਾ ਜਿਨ੍ਹਾਂ ਨੇ ਪਿਛਲੀ ਗੱਲਬਾਤ ਆਪਣੀ ਨਹੀਂ ਸੁਣੀ ਹੋਏਗੀ। ਹਾਂਜੀ ਹਾਂਜੀ। ਸੋ ਥੋੜ੍ਹਾ ਜਿਹਾ ਤੁਸੀਂ ਗੱਲ ਕੀਤੀ ਸੀ ਇੰਡਿਊਸਡ ਆਟਿਜ਼ਮ। ਹਾਂਜੀ ਤੁਸੀਂ ਜਿਹੜਾ ਇਹ ਸਕਰੀਨ ਟਾਈਮ ਇੰਨਾ ਜ਼ਿਆਦਾ ਇਹਦਾ ਜੋ ਇੰਪੈਕਟ ਬੱਚਿਆਂ ਦੀ ਸਿਹਤ 'ਤੇ ਪੈ ਰਿਹਾ, ਥੋੜ੍ਹਾ ਜਿਹਾ ਉਹਨੂੰ ਵੀ ਐਕਸਪਲੇਨ ਕਰਕੇ ਫਿਰ ਆਪਾਂ ਅੱਗੇ ਵਧੀਏ, ਠੀਕ ਹੈ, ਅਤੇ ਗੱਲ ਆਪਣੀ ਜ਼ਿਆਦਾ ਵਧੀਆ ਜੋੜ ਸਕੇ। ਹਾਂਜੀ, ਇੰਡਿਊਸਡ ਆਟਿਜ਼ਮ ਤੋਂ ਮੇਰਾ ਭਾਵ ਹੈ ਆਟਿਜ਼ਮ ਬੇਸਿਕਲੀ ਬਾਈ ਡੈਫੀਨੇਸ਼ਨ ਉਹ ਕਹਿੰਦੇ ਆ ਕਿ ਜਿਹੜਾ ਬੱਚਾ ਸੋਸ਼ਲੀ ਇੰਟਰੈਕਟ ਨਹੀਂ ਕਰਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਆਟਿਜ਼ਮ, ਮੋਟਾ ਆਪਾਂ ਲੇਮੈਨ ਲੈਂਗੁਏਜ ਕਹਿ ਲਈਏ ਤੇ ਹੁਣ ਜਿਹੜੇ ਬੱਚੇ 9 ਮਹੀਨੇ ਤੋਂ ਬਾਅਦ ਸਕਰੀਨ 'ਤੇ ਬਹਿ ਜਾਂਦੇ ਆ ਉਹ ਵੀ ਇੱਦਾਂ ਹੀ ਬਿਹੇਵ ਕਰਨ ਲੱਗ ਜਾਂਦੇ ਆ ਕਿ ਜਿਵੇਂ ਉਹਨਾਂ ਨੂੰ ਆਸੇ ਪਾਸੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਉਹ ਤੁਹਾਡੇ ਨਾਲ ਅੱਖ ਨਾਲ ਅੱਖ ਨਹੀਂ ਮਿਲਾਉਂਦੇ, ਉਹ ਤੁਹਾਡੀ ਆਵਾਜ਼ ਨਹੀਂ ਸੁਣਦੇ, ਤੁਸੀਂ ਆਵਾਜ਼ ਮਾਰਦੇ ਹੋ ਜਵਾਬ ਨਹੀਂ ਦਿੰਦੇ, ਉਹ ਆਪਣੇ ਆਪ 'ਚ ਗਵਾਚੇ ਰਹਿੰਦੇ ਆ। ਸੋ ਅਤੇ ਇਹ ਸਾਰਾ ਜਿਹੜਾ ਇੰਪੈਕਟ ਹੈਗਾ ਇਹ ਇੱਕ ਥਾਂ 'ਤੇ ਟਿਕੀ ਲਾ ਕੇ ਬੈਠੇ ਰਹਿਣ ਨਾਲ ਅਤੇ ਸਕਰੀਨ 'ਤੇ ਬਹਿਣ ਕਰਕੇ ਹੁੰਦਾ। ਹੁਣ ਚੱਕਰ ਇਹ ਹੈ ਕਿ ਜਦੋਂ ਪੇਰੈਂਟਸ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਫਿਰ ਉਹਨਾਂ 'ਚ ਐਂਗਜ਼ਾਇਟੀ ਹੋ ਜਾਂਦੀ, ਹੁਣ ਅਸੀਂ ਕਰੀਏ ਕੀ, ਇਹ ਤਾਂ ਗੜਬੜ ਹੋ ਗਈ ਆ, ਇਹਨੂੰ ਅਸੀਂ ਘਬਰਾਹਟ ਪੈ ਜਾਂਦੀ ਹੈ ਕਿ ਇਹਨੂੰ ਅਸੀਂ ਠੀਕ ਕਿਵੇਂ ਕਰਨਾ। ਸੋ ਉਹਦੇ ਵਿੱਚ ਇਸ ਤਰ੍ਹਾਂ ਆ, ਦੇਖੋ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਪ੍ਰੋਸੈਸ ਤੁਹਾਡੇ ਘਰ 'ਚ ਚੱਲਦਾ ਹੈ, ਸੋ ਇਹਦਾ ਇਲਾਜ ਵੀ ਤੁਹਾਡੇ ਘਰ 'ਚ ਹੀ ਆ, ਠੀਕ ਹੈ। ਮੈਂ ਨਹੀਂ ਕਰ ਸਕਦਾ, ਮੈਂ ਸਮਝਾ ਸਕਦਾ। ਸੋ ਪਹਿਲਾ ਸਭ ਤੋਂ ਸਟੈਪ ਤਾਂ ਇਹੋ ਹੀ ਹੈਗਾ ਕਿ ਤੁਹਾਨੂੰ ਸਕਰੀਨ ਚੁੱਕਣੀ ਪੈਣੀ। 1 ਦਿਨ 2 ਦਿਨ ਬੱਚਾ ਬਹੁਤ ਰੋਊਗਾ, ਬਹੁਤ ਖਪਾਊਗਾ, ਬੜਾ ਤੁਹਾਨੂੰ ਉਹਨੇ ਤੰਗ ਕਰਨਾ ਹੈ, ਬਟ ਤੁਹਾਨੂੰ ਕੌੜਾ ਕੁੱਟ ਭਰਨਾ ਪੈਣਾ। ਨੋ ਸਕਰੀਨ ਮਤਲਬ 0 ਸਕਰੀਨ ਟਾਈਮ। ਤੁਹਾਨੂੰ TV ਵੀ ਬੰਦ ਕਰਨਾ ਪੈਣਾ, ਤੁਹਾਨੂੰ ਫੋਨ ਵੀ ਛੱਡਣਾ ਪੈਣਾ। ਨਹੀਂ, ਇਹ ਤੁਸੀਂ ਮਤਲਬ ਕਿਸੇ ਸਪੈਸੀਫਿਕ ਏਜ ਤੱਕ ਗੱਲ ਕਰ ਰਹੇ ਹੋ ਕਿ ਜਾਂ? ਦੇਖੋ ਆਈਡਲੀ ਤਾਂ 5 ਸਾਲ ਤੱਕ ਹੋਣਾ ਚਾਹੀਦਾ, ਪਰ ਮੇਰਾ ਖਿਆਲ ਜੇ ਮੈਂ 5 ਕਹੂੰਗਾ ਤਾਂ ਲੋਕੀ ਕਹਿਣਗੇ ਤਾਂ ਬਹੁਤ ਜ਼ਿਆਦਾ ਹੈ, ਗੜਬੜ ਹੋ ਜਾਏਗੀ। ਹਾਂ, ਅਤੇ ਪਰ 2 ਸਾਲ ਤਾਂ ਜ਼ਰੂਰ ਹੈ। 2 ਸਾਲ ਤੱਕ ਤਾਂ ਬਹੁਤ ਜ਼ਰੂਰੀ ਹੈ ਕਿ ਨਹੀਂ ਹੋਣੀ ਚਾਹੀਦੀ ਸਕਰੀਨ। ਜਦ ਤੱਕ ਬੱਚੇ ਨੂੰ ਸਕੂਲ ਵਾਸਤੇ ਸਕਰੀਨ ਦੀ ਲੋੜ ਨਹੀਂ ਹੈ ਮੇਰਾ ਖਿਆਲ ਉਦੋਂ ਤੱਕ ਤਾਂ ਨਹੀਂ। ਹਾਂਜੀ, ਬਿਲਕੁਲ ਅਵਾਇਡ ਕਰਨਾ। ਪਹਿਲੇ 5 ਸਾਲ ਸਿਰਫ ਫਾਊਂਡੇਸ਼ਨ ਟਾਈਮ ਆ, ਤੁਹਾਡੀ ਨੀਂਹ ਬਣ ਰਹੀ ਆ। ਤੁਹਾਨੂੰ ਧਿਆਨ ਰੱਖਣਾ ਪੈਣਾ ਕਿ ਨੀਂਹ ਦੇ ਵਿੱਚ ਆਪਾਂ ਵੀ ਤਾਂ ਰੱਖਦੇ ਨਾ ਕਿ ਕਿਹੜੀ ਇੱਟ ਪਾਉਣੀ, ਪੋਲੀ ਇੱਟ ਤਾਂ ਨਹੀਂ ਨਾ ਪੈਂਦੀ ਥੱਲੇ, ਆਪਾਂ ਥੱਲੇ ਪਾਉਣੇ, ਧਿਆਨ ਰੱਖਦੇ ਆ। ਸੋ ਇਹ ਨੀਂਹ ਦਾ ਟਾਈਮ ਹੁੰਦਾ 5 ਸਾਲ, ਸਾਨੂੰ ਬਹੁਤ ਧਿਆਨ ਰੱਖਣਾ ਪਊਗਾ। ਇਹਦੇ 'ਚ ਪਹਿਲੇ 2 ਤਾਂ ਹੋਰ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ, ਕਿਉਂਕਿ ਨੀਂਹ ਬਾਅਦ 'ਚ ਬਦਲੀ ਨਹੀਂ ਜਾ ਸਕਦੀ ਘਰ ਦੀ, ਇੱਕ ਵਾਰੀ ਪੈ ਗਈ ਤੇ ਨੀਂਹ ਕਮਜ਼ੋਰ ਹੈ ਤੇ ਫਿਰ ਕਮਜ਼ੋਰ, ਫਿਰ ਜੋ ਮਰਜ਼ੀ ਕਰੀ ਜਾਓ ਬਾਅਦ 'ਚ, ਹਾਂਜੀ, ਉਹ ਸਾਰਾ ਕੁਛ ਖਰਾਬ ਹੋ ਜਾਂਦਾ। ਹੁਣ ਸੋ ਪਹਿਲਾ ਕੰਮ ਇਹ ਕਰਨਾ ਹੈ ਕਿ ਸਕਰੀਨ ਛਡਾਉਣੀ ਪੈਣੀ। ਹੋਏਗਾ ਕਿ 2 ਦਿਨ ਬਹੁਤ ਰੌਲਾ ਰੱਪਾ ਪਏਗਾ, ਪਰ ਜਿਹੜੇ ਬੱਚੇ ਆਈ ਕੰਟੈਕਟ ਲੂਜ਼ ਕਰ ਚੁੱਕੇ ਆ, ਜਿਹੜੇ ਖੁਦ ਆਟਿਸਟਿਕ ਨਹੀਂ ਆ ਬਟ ਆਟਿਜ਼ਮ ਵਾਂਗੂ ਬਿਹੇਵ ਕਰ ਰਹੇ ਆ, ਸਭ ਤੋਂ ਪਹਿਲੀ ਚੀਜ਼ ਜਿਹੜੀ ਹੋਏਗੀ ਉਹ ਅਗਲੇ 7-8 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਦਾ ਆਈ ਕੰਟੈਕਟ ਤੁਹਾਡੇ ਨਾਲ ਵਾਪਸ ਆ ਜਾਏਗਾ। ਉਹ ਤੁਹਾਡੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਆ। ਪੇਰੈਂਟਸ ਵੀ ਨੋਟ ਕਰ ਲੈਂਦੇ ਕਿ ਹਾਂਜੀ ਹੁਣ ਇਹ ਅੱਖ ਮਿਲਾਉਂਦਾ। ਅਗਲੇ 5-7 ਦਿਨਾਂ ਦੇ ਵਿੱਚ ਜਿਹੜੀ ਦੂਜੀ ਚੀਜ਼ ਸਾਹਮਣੇ ਆਏਗੀ ਉਹ ਇਹ ਹੋਏਗੀ ਕਿ ਉਹ ਆਪਣੀ ਭਾਸ਼ਾ 'ਚ ਬੋਲਣਾ ਸ਼ੁਰੂ ਕਰ ਦੇਗਾ ਕੁਛ ਨਾ ਕੁਛ, ਜੇ ਉਹ ਪਹਿਲਾਂ ਬਿਲਕੁਲ ਨਹੀਂ ਬੋਲਦਾ ਤੇ ਉਹ ਬਹੁਤ ਵਧੀਆ ਸਾਈਨ ਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਬੱਚੇ ਦੀ ਸੋਚਣ ਸ਼ਕਤੀ ਵਾਪਸ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਜਦੋਂ ਬੱਚੇ ਸੋਚਦੇ ਆ ਉਹ ਬੋਲਦੇ ਆ। ਅਸੀਂ ਜਦੋਂ ਸੋਚਦੇ ਅਸੀਂ ਚੁੱਪ ਕਰਕੇ ਅੰਦਰ ਸੋਚਦੇ ਹਾਂ, ਸਾਡਾ ਬਾਹਰੋਂ ਨਹੀਂ ਪਤਾ ਲੱਗਦਾ, ਬਟ ਬੱਚੇ ਬੋਲਣ ਲੱਗ ਜਾਂਦੇ ਆ। ਤੀਸਰਾ ਸਟੈਪ ਹੈਗਾ ਕਿ ਤੁਸੀਂ ਉਹਨਾਂ ਨੂੰ ਆਵਾਜ਼ ਮਾਰੋਗੇ ਜਾਂ ਕੁਛ ਬੁਲਾਓਗੇ ਤਾਂ ਵਿੱਚ ਤੁਹਾਨੂੰ ਅਟੈਂਡ ਕਰਨਗੇ। ਇਹ 3 ਪਿਲਰਸ ਨੇ ਜਿਹੜੇ ਸਾਨੂੰ ਚਾਹੀਦੇ ਆ ਹੁਣ ਸਾਡੇ ਬੱਚੇ ਨੂੰ ਇਹਦੇ 'ਤੇ ਬਿਲਡ ਕਰਨ ਵਾਸਤੇ। ਆਈ ਕੰਟੈਕਟ ਵਾਪਸ, ਉਹਦਾ ਗੁਣਗੁਣਾਉਣਾ ਆਪਸ ਦੇ ਵਿੱਚ ਬੋਲਣਾ, ਅਤੇ ਤੀਸਰਾ ਉਹ ਤੁਹਾਨੂੰ ਆਵਾਜ਼ ਦੇਣ ਲੱਗ ਜਾਂਦਾ। ਤੁਸੀਂ ਉਹਨੂੰ ਆਵਾਜ਼ ਮਾਰੋ, ਤੁਹਾਡੇ ਵੱਲ ਦੇਖਦਾ, ਸ਼ਾਇਦ ਆਵਾਜ਼ ਤਾਂ ਨਹੀਂ ਦੇਗਾ ਪਰ ਉਹ ਤੁਹਾਡੇ ਵੱਲ ਦੇਖੇਗਾ ਜਾਂ ਤੁਹਾਨੂੰ ਅਟੈਂਡ ਕਰੇਗਾ, ਤੁਹਾਨੂੰ ਲੱਗੇਗਾ ਕਿ ਉਹਨੇ ਰਿਸਪੌਂਡ ਕੀਤਾ। ਹੁਣ ਇਸ ਤੋਂ ਅੱਗੇ ਜੋ ਕਰਨਾ ਆ ਉਹ ਉਹਨਾਂ ਬੱਚਿਆਂ ਲਈ ਜਿਹੜੇ ਬਿਲਕੁਲ ਨੋਰਮਲ ਨੇ ਉਹਨਾਂ ਲਈ ਵੀ ਵੈਲਿਡ ਹੈ, ਅਤੇ ਜਿਹੜੇ ਅਫੈਕਟਡ ਨੇ ਉਹਨਾਂ ਲਈ ਵੀ ਵੈਲਿਡ ਹੈ। ਹੁਣ ਇੱਥੇ ਮੇਰਾ ਸਵਾਲ ਹੈ ਪਹਿਲਾਂ ਪੇਰੈਂਟਸ ਨੂੰ ਕਿ ਤੁਸੀਂ ਕੀ ਚਾਹੁੰਦੇ ਹੋ, ਕਿ ਤੁਹਾਡਾ ਬੱਚਾ ਇੰਟੈਲੀਜੈਂਟ ਬਣੇ ਕਿ ਤੁਹਾਡਾ ਬੱਚਾ ਇੰਟੈਲੈਕਚੁਅਲ ਬਣੇ? ਸੋ ਕਈ ਵਾਰੀ ਜਦੋਂ ਮੈਂ ਸਵਾਲ ਕਰਦਾ ਤਾਂ ਪੇਰੈਂਟਸ ਬੜੇ ਅਚੰਭੇ 'ਚ ਆ ਜਾਂਦੇ ਵੀ ਆਹ ਕੀ ਸਵਾਲ ਹੋਇਆ, ਫਰਕ ਨਹੀਂ ਪਤਾ ਲੱਗ ਰਿਹਾ। ਥੋੜ੍ਹਾ ਜਿਹਾ ਸੋਚ ਕੇ ਕਹਿ ਦਿੰਦੇ ਜੀ ਦੋਨੋਂ ਹੀ। ਮੈਂ ਕਹਿੰਦਾ ਨਹੀਂ, ਜੇ ਤੁਸੀਂ ਇੱਕ ਚੀਜ਼ ਚੂਜ਼ ਕਰਨੀ ਹੋਵੇ ਤਾਂ ਕੀ ਚੂਜ਼ ਕਰੋਗੇ, ਇੰਟੈਲੈਕਚੁਅਲ ਕਿ ਇੰਟੈਲੀਜੈਂਟ?
ਬੇਸ਼ੱਕ ਬਹੁਤ ਸਾਰੇ ਪੇਰੈਂਟਸ ਨੂੰ ਇਹ ਨਹੀਂ ਪਤਾ ਦੋਵਾਂ ਦਾ ਡਿਫਰੈਂਸ, ਬਟ ਕਿਤੇ ਨਾ ਕਿਤੇ ਸਾਡੇ ਅੰਦਰ ਸਬਕੌਨਸ਼ੀਅਸ ਲੈਵਲ 'ਤੇ ਸਾਨੂੰ ਥੋੜ੍ਹਾ ਬਹੁਤਾ ਪਤਾ ਹੁੰਦਾ ਹੈ। ਅਤੇ ਬਹੁਤੇ ਪੇਰੈਂਟਸ ਕਹਿ ਦਿੰਦੇ ਜੀ ਇੰਟਲੈਕਚੁਅਲ ਹੋਣਾ ਚਾਹੀਦਾ ਫਿਰ, ਠੀਕ ਹੈ। ਸੋ ਇਹ ਜਿਹੜੀ ਤੁਹਾਡੇ ਅੰਦਰ ਇਹ ਚੀਜ਼ ਆ ਜਿਹਨੇ ਤੁਹਾਨੂੰ ਇੰਟਲੈਕਚੁਅਲ ਕਹਿਣ ਲਈ ਕਿਹਾ ਆ, ਬੇਸ਼ੱਕ ਤੁਹਾਨੂੰ ਡਿਫਰੈਂਸ ਨਹੀਂ ਪਤਾ, ਐਂ ਆਪਾਂ ਮੰਨ ਕੇ ਚੱਲੀ ਕਿ ਤੁਹਾਡੀ ਇਨਹੈਰੈਂਟ ਕੈਪੇਬਿਲਿਟੀ ਆ। ਇਹਨੂੰ ਇਸ ਗੱਲ ਨੂੰ ਇਹ ਸਮਝੋ ਕਿ ਤੁਹਾਡੇ ਬੱਚੇ 'ਚ ਵੀ ਹੁੰਦੀ ਆ, ਅਤੇ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਹੁੰਦੀ ਆ ਜਿਹੜੀ ਇਹ ਇਨਹੈਰੈਂਟ ਕੈਪੇਬਿਲਿਟੀ ਆ। ਜੇ ਨਹੀਂ ਹੈਗੀ ਤਾਂ ਅਸੀਂ ਖਰਾਬ ਕੀਤੀ ਹੈ। ਬਹੁਤੇ ਬੱਚੇ ਇਹ ਲੈ ਕੇ ਜੰਮਦੇ ਆ। ਹੁਣ ਫਰਕ ਕੀ ਹੈ ਦੋਵਾਂ 'ਚ? ਇੰਟੈਲੀਜੈਂਸ ਇੱਕ ਪਾਸੇ ਹੈ, ਇੱਕ ਪਾਸੇ ਇੰਟੈਲੈਕਟ ਹੈ। ਜਿਹੜੀ ਇੰਟੈਲੀਜੈਂਸ ਹੈ ਇਹ ਹੈਗੀ ਆ ਕਿ ਜੋ ਤੁਸੀਂ ਸੁਣਿਆ, ਪੜ੍ਹਿਆ, ਦੇਖਿਆ, ਮੈਮਰੀ 'ਚ ਪਾਇਆ ਅਤੇ ਇਹਨੂੰ ਲੋੜ ਪੈਣ 'ਤੇ ਬਾਹਰ ਕੱਢਤਾ। ਕਿਤਾਬ ਪੜ੍ਹੀ, ਐਗਜ਼ਾਮ 'ਚ ਗਏ, ਸਾਰੇ ਜਵਾਬ ਲਿਖਤੇ, ਨੰਬਰ ਜ਼ਿਆਦਾ ਆ ਗਏ, ਆਪਾਂ ਕਹਿ ਦਿੰਦੇ ਜੀ ਬੰਦਾ ਬੜਾ ਇੰਟੈਲੀਜੈਂਟ ਹੈ। ਉਹਨੂੰ 6 ਮਹੀਨੇ ਬਾਅਦ ਦੁਬਾਰਾ ਪੁੱਛ ਲਿਆ, ਉਹਨੂੰ ਅਜੇ ਵੀ ਯਾਦ ਹੈ। ਸੋ ਆਪਾਂ ਕਹਿ ਦਿੰਦੇ ਬੰਦਾ ਇੰਟੈਲੀਜੈਂਟ। ਇੰਟੈਲੀਜੈਂਸ ਦਾ ਸਿਰਫ ਮੈਮਰੀ ਨਾਲ ਲੈਣਾ ਦੇਣਾ ਹੈ, ਹੋਰ ਕੁਛ ਨਹੀਂ, ਬਿਲਕੁਲ ਕੁਛ ਨਹੀਂ ਇਹਦਾ ਲੈਣਾ ਦੇਣਾ ਕੋਈ ਹੋਰ। ਇੰਟੈਲੈਕਟ ਹੈਗਾ ਵਾ ਜਿਹੜਾ ਪ੍ਰੋਸੈਸ ਨੂੰ ਸਮਝਦਾ ਅਤੇ ਯਾਦ ਰੱਖਦਾ। ਜਿਵੇਂ ਕੋਈ ਵੀ ਚੀਜ਼ ਹੈ, ਜਿਵੇਂ ਮੰਨ ਲਓ ਆਪਾਂ ਘਰ ਬਣਾਉਣਾ, ਨੀਂਹ ਤੋਂ ਲੈ ਕੇ ਤਾਂ ਤੱਕ ਜੇ ਤਾਂ ਮੈਂ ਸਿਰਫ ਕਿਤਾਬ 'ਚ ਯਾਦ ਹੀ ਕੀਤਾ ਹੈ ਅਤੇ ਮੈਂ ਵੋਮਿਟ ਜਾ ਕੇ ਕਰ ਦਿੰਦਾ ਐਗਜ਼ਾਮ 'ਚ। ਮੰਨ ਲਓ ਮੈਂ ਸਿਵਲ ਇੰਜੀਨੀਅਰ ਹਾਂ ਅਤੇ ਹੋ ਸਕਦਾ ਮੈਂ ਇੰਟੈਲੀਜੈਂਟ ਹੋਵਾਂ, ਪਰ ਜਦੋਂ ਮੈਨੂੰ ਸੱਚੀ ਮੁੱਚੀ ਬਣਾਉਣਾ ਪੈਣਾ ਅਤੇ ਸ਼ਾਇਦ ਮੈਥੋਂ ਨਾ ਬਣੇ। ਠੀਕ ਹੈ ਨਾ, ਮੈਨੂੰ ਸਮਝ ਨਾ ਲੱਗੇ ਵੀ ਇਹ ਇੱਥੇ ਕੀ ਕਰਨਾ ਸੀ, ਇੱਥੇ ਕੀ ਕਰਨਾ ਸੀ, ਕਿਉਂਕਿ ਮੈਨੂੰ ਪ੍ਰੋਸੈਸ ਨਹੀਂ ਆਉਂਦਾ। ਮੈਨੂੰ ਸਿਰਫ ਜਿਵੇਂ ਡਰਾਈਵਿੰਗ ਦਾ ਰਿਟਨ ਐਗਜ਼ਾਮ ਪਾਸ ਕੀਤਾ ਹੁੰਦਾ ਉੱਦਾਂ ਦੀ ਗੱਲ ਹੈ। ਹਾਂਜੀ, ਠੀਕ ਹੈ ਨਾ। ਸੋ ਇੰਟੈਲੈਕਟ ਹੈਗਾ ਵਾ ਜਿਹੜਾ ਪੂਰੇ ਪ੍ਰੋਸੈਸ ਨੂੰ ਸਮਝਦਾ ਆ, ਉਹਨੂੰ ਉਹਦੇ ਹਿੱਸਿਆਂ ਨੂੰ ਆਪਸ 'ਚ ਜੋੜਦਾ ਵੀ ਆ ਅਤੇ ਕੱਟਦਾ ਵੀ ਆ। ਇਸੇ ਕਰਕੇ ਆਪਾਂ ਕਹਿੰਦੇ ਨੇ ਜੀ ਇੰਟੈਲੈਕਟ ਕਿਹੋ ਜਿਹਾ ਹੋਣਾ ਚਾਹੀਦਾ ਜੀ? ਸ਼ਾਰਪ ਹੋਣਾ ਚਾਹੀਦਾ। ਠੀਕ ਹੈ ਨਾ, ਕਿਉਂਕਿ ਅਸੀਂ ਉਹ ਪ੍ਰੋਸੈਸ ਨੂੰ ਤੋੜ ਕੇ ਦੇਖਦੇ ਹਾਂ। ਜਦੋਂ ਸਾਡੇ ਕੋਲ ਇੰਟੈਲੈਕਟ ਹੁੰਦਾ ਆ, ਜੇ ਅਸੀਂ ਇੱਕ ਡਿਜ਼ਾਈਨ ਪੜ੍ਹਿਆ ਅਤੇ ਸਾਡੇ 'ਚ ਇੰਟੈਲੈਕਟ ਹੈਗਾ, ਅਸੀਂ ਇੱਕ ਹੋਰ ਡਿਜ਼ਾਈਨ ਬਣਾ ਸਕਦੇ ਹਾਂ ਆਪਣੇ ਆਪ। ਸਾਨੂੰ ਉਹਦੇ ਲਈ ਦੁਬਾਰਾ ਨਹੀਂ ਦੇਖਣਾ ਪਊਗਾ ਕਿ ਯਾਰ ਹੁਣ ਇਹਦਾ ਵੀ ਪੜ੍ਹ ਲਈਏ, ਇਹਦਾ ਵੀ ਪੜ੍ਹ ਲਈਏ, ਇੱਦਾਂ ਨਹੀਂ ਹੈ। ਇੰਟੈਲੀਜੈਂਸ ਜਿੱਥੇ ਇਕੱਲੀ ਇੰਟੈਲੀਜੈਂਸ ਹੈ, ਉਹ ਕਈ ਵਾਰੀ ਔਨ ਪੇਪਰ ਬਹੁਤ ਵਧੀਆ ਲੱਗਦੇ ਆ ਬੰਦੇ, ਸਟੇਜ 'ਤੇ ਵੀ ਬਹੁਤ ਵਧੀਆ ਲੱਗਦੇ ਆ, ਬਟ ਰੀਅਲ ਫੀਲਡ ਦੇ ਵਿੱਚ ਕਈ ਵਾਰੀ ਉਹ ਨਹੀਂ ਚੱਲਦੇ। ਸੋ ਇੱਥੇ ਹੁਣ ਜਿਹੜੇ ਬੱਚੇ ਸਾਡੇ ਥੋੜ੍ਹੇ ਜਿਹੇ ਬੈਕ ਗੇਅਰ 'ਚ ਚਲੇ ਗਏ ਸਕਰੀਨ ਕਰਕੇ, ਜਾਂ ਜਿਹੜੇ ਨਹੀਂ ਵੀ ਗਏ, ਉਹਨਾਂ ਲਈ ਵੀ ਮੇਰੀ ਪੇਰੈਂਟਸ ਨੂੰ ਬੇਨਤੀ ਇਹ ਹੈ ਕਿ ਤੁਹਾਨੂੰ ਉਹਨਾਂ ਦਾ ਇੰਟੈਲੈਕਟ ਇੰਪਰੂਵ ਕਰਨਾ ਚਾਹੀਦਾ ਹੈ, ਨਾ ਕਿ ਇੰਟੈਲੀਜੈਂਸ ਦੇ ਪਿੱਛੇ ਭੱਜਣਾ ਚਾਹੀਦਾ। ਅਸੀਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਪਿੱਛੇ ਭੱਜ ਗਏ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਜਿਵੇਂ 1.5 ਸਾਲ ਦਾ ਬੱਚਾ ਹੁੰਦਾ, 2 ਸਾਲ ਦਾ ਬੱਚਾ ਹੁੰਦਾ, ਅਤੇ ਮਗਰ ਪੈ ਜਾਂਦੇ ਰਾਈਮਸ ਸਿਖਾਉਣੀਆਂ, ਟਵਿੰਕਲ ਟਵਿੰਕਲ ਸਿਖਾਉਣਾ, ਕਲਰਸ ਸਿਖਾਉਣੇ ਆ, 1 2 ਸਿਖਾਉਣਾ। ਉਹ ਟਾਈਮ ਇੰਟੈਲੈਕਟ ਦਾ ਆ, ਉਹ ਟਾਈਮ ਇੰਟੈਲੀਜੈਂਸ ਜਾਂ ਮੈਮਰੀ ਦਾ ਨਹੀਂ ਆ। ਇਸ ਗੱਲ ਨੂੰ ਸਮਝੋ ਪਹਿਲਾਂ। ਜੋ ਤੁਸੀਂ ਸਿਖਾ ਰਹੇ ਹੋ, ਤੁਸੀਂ ਉਹੀ ਸਿਖਾ ਰਹੇ ਹੋ ਜੋ ਤੁਹਾਨੂੰ ਇੰਪੋਰਟੈਂਟ ਲੱਗਦਾ, ਬਟ ਤੁਹਾਡੇ ਬੱਚੇ ਦੇ ਵਿੱਚ ਸਮਝਣ ਦੀ ਅਤੇ ਸਿੱਖਣ ਦੀ ਕੈਪੇਬਿਲਿਟੀ ਤੁਹਾਡੇ ਨਾਲੋਂ ਸੈਂਕੜੇ ਗੁਣਾ ਜ਼ਿਆਦਾ ਹੁੰਦੀ ਹੈ। ਆਪਣਾ ਡਾਕਟਰ ਸਾਹਿਬ ਇਹ ਜਿਹੜੀ ਇਹ ਬੜੀ ਵੱਡੀ ਪ੍ਰੋਬਲਮ ਹੈ ਆਪਣੀ ਕਮਿਊਨਿਟੀ 'ਚ। ਇਸੇ ਚੀਜ਼ 'ਚੋਂ ਸਾਡੇ ਸਕੂਲਿੰਗ ਬਾਰੇ ਵੀ ਸਵਾਲ ਉੱਠਦੇ ਨੇ। ਬਿਲਕੁਲ ਉੱਠਦੇ, ਹਾਂਜੀ। ਕਿਉਂਕਿ ਜਿਹੜੀ ਕੈਨੇਡੀਅਨ ਸਕੂਲਿੰਗ ਹੈ ਉਹਦੇ 'ਚ ਜਿਹੜਾ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਇੰਟੈਲੈਕਚੁਅਲ ਹੋਣਾ, ਉਹਨਾਂ ਕੈਪੇਬਿਲਿਟੀਜ਼ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਜਾਂਦਾ। ਜਿਹੜੀ ਐਜੂਕੇਸ਼ਨ ਦਾ ਕਨਸੈਪਟ ਅਸੀਂ ਇੰਡੀਆ 'ਚੋਂ ਲੈ ਕੇ ਆਏ ਹਾਂ, ਉਹਦੇ 'ਚ ਸਿਰਫ ਮੈਮਰੀ ਵਧਾਉਣ 'ਤੇ ਜ਼ੋਰ। ਹਾਂਜੀ। ਸੋ ਇਹ ਬੜੀ ਇੰਟਰਸਟਿੰਗ ਮੋਡ 'ਤੇ ਆਪਣੀ ਗੱਲਬਾਤ ਚਲੇਗੀ ਹੈ। ਸੋ ਗੱਲਬਾਤ ਇਹਦੇ ਬਾਰੇ ਕਰਦੇ ਹਾਂ, ਸਾਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ। ਅਤੇ ਇਹ ਗੱਲਬਾਤ ਅਸੀਂ ਕਰ ਰਹੇ ਹਾਂ ਡਾਕਟਰ ਬਰਜਿੰਦਰ ਚੀਮਾ ਹੋਰਾਂ ਨਾਲ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਗੱਲਬਾਤ ਅਸੀਂ ਕਰ ਰਹੇ ਹਾਂ ਬੱਚਿਆਂ ਦੀ ਸਿਹਤ ਬਾਰੇ। ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸਟੂਡੀਓ 'ਚ ਨੇ। ਅਤੇ ਡਾਕਟਰ ਚੀਮਾ, ਜਿਵੇਂ ਆਪਾਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ, ਫੋਕਸ ਸਾਡਾ ਇਸ ਵੇਲੇ 5 ਸਾਲ ਤੋਂ ਥੱਲੇ ਬੱਚਿਆਂ ਨੀਚੇ ਵਾਲੇ ਬੱਚਿਆਂ ਦਾ। ਅਤੇ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਹੁਣ ਨੁਕਸਾਨ ਹੋ ਗਿਆ, ਉਹਦੇ 'ਚੋਂ ਹੁਣ ਅਸੀਂ ਨਿਕਲਣਾ ਕਿਵੇਂ? ਹਾਂਜੀ। ਅਤੇ ਜਿਹੜਾ ਇੰਟੈਲੈਕਟ ਹੈ ਉਹਨੂੰ ਇੰਪਰੂਵ ਕਰਨ 'ਤੇ ਫੋਕਸ ਹੈ। ਸੋ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹ ਕੇ ਹੁਣ ਬਿਆਨ ਕਰੋ। ਹੁਣ ਇਹਦੇ ਵਿੱਚ ਇਸ ਤਰ੍ਹਾਂ ਹੈਗਾ, ਲੋਕਾਂ ਨੂੰ ਇਹ ਸਮਝਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਦੋਵਾਂ 'ਚ ਫ਼ਰਕ ਕੀ ਆ ਅਤੇ ਇਹਨੂੰ ਅਸੀਂ ਇਹਦੀ ਕੈਪੇਬਿਲਿਟੀ ਵਧਾਉਣੀ ਕਿਵੇਂ। ਹੁਣ ਜਿਹੜੀ ਮੈਮਰੀ ਹੈ ਨਾ, ਮੈਮਰੀ ਸਾਡੇ ਅੰਦਰ ਸੁੱਤੇ ਸਿੱਧ ਵੀ ਚਲੇ ਜਾਂਦੀ ਹੈ। ਤੁਸੀਂ ਗਾਣਾ ਸੁਣ ਲਓ 3-4 ਵਾਰੀ, ਬੇਸ਼ੱਕ ਉਹਦੇ ਵੱਲ ਧਿਆਨ ਨਾ ਵੀ ਦਿਓ, ਤੁਹਾਨੂੰ ਉਹਦੇ ਬੋਲ ਆਪਣੇ ਆਪ ਤੁਹਾਡੇ ਦਿਮਾਗ 'ਚ ਆ ਜਾਂਦੇ ਆ ਜਦੋਂ ਟਿਊਨ ਵੱਜਦੀ ਆ। ਬੇਸ਼ੱਕ ਤੁਹਾਨੂੰ ਉੱਦਾਂ ਨਾ ਆਉਂਦਾ ਹੋਵੇ, ਪਰ ਤੁਸੀਂ ਟਿਊਨ ਦੇ ਨਾਲ ਬੋਲ ਲੈਂਦੇ ਆ। ਸੋ ਕਿਤੇ ਨਾ ਕਿਤੇ ਤੁਹਾਡੀ ਮੈਮਰੀ 'ਚ ਬੈਠਾ ਹੈ, ਤਾਂ ਹੀ ਆਪਾਂ ਬੋਲ ਪਾਉਂਦੇ।
ਪਰ ਇੰਟੈਲੈਕਟ ਵਾਸਤੇ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ, ਸਾਡੇ ਕੋਲ ਅਟੈਂਸ਼ਨ ਹੋਣੀ ਚਾਹੀਦੀ ਹੈ। ਅਸੀਂ ਦੇਖ ਵੀ ਰਹੇ ਹਾਂ ਉਸ ਚੀਜ਼ ਵੱਲ ਕਿ ਨਹੀਂ ਦੇਖ ਰਹੇ, ਸਾਡਾ ਸਾਰੇ ਦਾ ਸਾਰਾ ਕੁਛ ਉਹਦੇ ਵੱਲ ਹੈਗਾ ਕਿ ਨਹੀਂ ਹੈਗਾ। ਹੁਣ 9 ਮਹੀਨੇ ਦਾ ਬੱਚਾ, 9 ਮਹੀਨੇ ਮਾਂ ਦੇ ਪੇਟ ਦੇ ਅੰਦਰ ਅਤੇ 9 ਮਹੀਨੇ ਮਾਂ ਦੇ ਪੇਟ ਦੇ ਬਾਹਰ, ਇੱਦਾਂ ਸਮਝ ਲਓ ਜੋ ਇੱਕ ਸੀਡ ਸੀਗਾ ਆਪਾਂ ਲਾਇਆ ਅਤੇ ਉਹ ਉੱਗ ਪਿਆ। ਹੁਣ ਆਪਾਂ ਉਹਨੂੰ ਲਾਤੀ ਜ਼ਮੀਨ ਦੇ ਵਿੱਚ, ਥੋੜ੍ਹਾ ਜੜ ਫੜ ਲਈ। ਸੋ ਅਗਲੇ 9 ਮਹੀਨੇ ਜਨਮ ਤੋਂ ਬਾਅਦ ਜਿਹੜੇ ਆ ਉਹ ਸਿਰਫ ਜੜੀ ਫੜੀ ਜਾਂਦੀ ਆ, ਬੱਚਾ ਸਟੇਬਲ ਹੋ ਜਾਂਦਾ। 9 ਮਹੀਨੇ ਦਾ ਟਾਈਮ ਹੁੰਦਾ ਜਦੋਂ ਬੱਚੇ ਦੇ ਵਿੱਚ ਅਟੈਂਸ਼ਨ ਜਿਹੜੀ ਆ ਉਹ ਬਿਲਕੁਲ ਪੀਕ 'ਤੇ ਹੁੰਦੀ ਹੈ, ਜਿਹੜੀ ਕਿ ਅਸੀਂ ਬਾਅਦ 'ਚ ਖਰਾਬ ਕਰ ਦਿੰਦੇ ਹਾਂ। 9 ਮਹੀਨੇ ਦਾ ਬੱਚਾ ਹਰ ਚੀਜ਼ ਨੂੰ ਬੜੇ ਗੌਰ ਨਾਲ ਦੇਖਦਾ, ਹਰ ਚੀਜ਼ ਨੂੰ, ਨਿੱਕੀ ਤੋਂ ਨਿੱਕੀ ਚੀਜ਼ ਨੂੰ, ਫਰਸ਼ 'ਤੇ ਪਈ ਨੂੰ ਗੌਰ ਨਾਲ ਦੇਖਦਾ, ਉਹਨੂੰ ਫੜਦਾ, ਉਹਨੂੰ ਮੂੰਹ 'ਚ ਪਾਉਂਦਾ, ਉਹਨੂੰ ਦੇਖਦਾ, ਉਹਦੇ ਨਾਲ ਖੇਡਦਾ। ਬਹੁਤ ਜ਼ਬਰਦਸਤ ਅਟੈਂਸ਼ਨ ਹੁੰਦੀ ਆ ਔਰ ਉਹਨੂੰ ਪਤਾ ਹੁੰਦਾ ਕਿ ਕੌਣ ਮੇਰਾ ਅਤੇ ਕੌਣ ਪਰਾਇਆ, ਅਤੇ ਉਹ ਮਾਂ ਦੇ ਨਾਲ ਜੁੜਦਾ ਬਹੁਤ ਹੈ। ਉਹਨੂੰ ਅਸੀਂ ਕਹਿ ਦਿੰਦੇ ਹਾਂ ਸੈਪਰੇਸ਼ਨ ਐਂਗਜ਼ਾਇਟੀ। ਅਨਫੋਰਚੂਨੇਟਲੀ ਇਹ ਇੱਕ ਬੜੀ ਵਧੀਆ ਚੀਜ਼ ਹੁੰਦੀ ਹੈ ਬੱਚੇ ਵਾਸਤੇ, ਬਟ ਇੱਥੇ ਇਹਨੂੰ ਪ੍ਰੋਬਲਮ ਸਮਝਿਆ ਜਾਂਦਾ ਹੈ ਅਤੇ ਇਹਦੇ ਨਾਲ ਡੀਲ ਕਰਨ ਲਈ ਪੇਰੈਂਟਸ ਨੂੰ ਦੱਸਿਆ ਜਾਂਦਾ ਕਿ ਤੁਸੀਂ ਸੈਪਰੇਸ਼ਨ ਐਂਗਜ਼ਾਇਟੀ ਨੂੰ ਫਿਕਸ ਕਿਵੇਂ ਕਰਨਾ। ਬਟ ਜੇ ਮੈਂ ਅਟੈਂਸ਼ਨ ਦੇਣੀ ਆ ਤੁਹਾਨੂੰ, ਅਤੇ ਪਹਿਲਾਂ ਮੈਂ ਤਾਂ ਕੰਫਰਟੇਬਲ ਜਗ੍ਹਾ 'ਤੇ ਬੈਠੂੰਗਾ, ਸਿਕਿਉਰ ਜਗ੍ਹਾ 'ਤੇ ਬੈਠੂੰਗਾ, ਫਿਰ ਹੀ ਮੈਂ ਤੁਹਾਨੂੰ ਅਟੈਂਸ਼ਨ ਦੇ ਪਾਊਂਗਾ। ਸੋ ਬੱਚੇ ਲਈ ਉਸ ਟਾਈਮ ਸਭ ਤੋਂ ਸਿਕਿਉਰ ਚੀਜ਼ ਉਹਦੀ ਮਾਂ ਹੁੰਦੀ ਹੈ। ਉਹ ਕਹਿੰਦਾ ਮੈਨੂੰ ਚੁੱਕ ਛੱਡੋ ਇੱਕ ਹੱਥ ਨਾਲ, ਅਤੇ ਉਹ ਆਪਣੀ ਮਾਂ ਦੇ ਨਾਲ ਤੁਰਿਆ ਫਿਰਦਾ ਰਹਿੰਦਾ ਹੈ ਅਤੇ ਉਹ ਦੇਖੀ ਜਾਂਦਾ ਹੈ ਹਰ ਚੀਜ਼। ਇੰਟਲੈਕਟ ਪ੍ਰੋਸੈਸ ਨੂੰ ਦੇਖਦਾ ਹੈ, ਉਹ ਦੇਖਦਾ ਹੈ ਮਾਂ ਕੀ ਕਰਦੀ ਆ, ਬਾਕੀ ਘਰ ਦੇ ਕੀ ਕਰਦੇ ਆ, ਚੀਜ਼ ਕਿਵੇਂ ਚੱਲਦੀ, ਖਿਡੌਣਾ ਕਿਵੇਂ ਚੱਲਦਾ, ਉਹ ਬਟਨਾਂ ਨੂੰ ਉਂਗਲਾਂ ਮਾਰਦਾ ਹੈ ਹਰ ਥਾਂ ਦੇ ਉੱਤੇ। ਨਿੱਕੀ ਚੀਜ਼ ਜਿਹੜੀ ਅਸੀਂ ਦੇਖ ਵੀ ਨਹੀਂ ਸਕਦੇ ਉਹ ਦੇਖਦਾ। ਉਹਦੀ ਅਟੈਂਸ਼ਨ ਬਹੁਤ ਹੀ ਜ਼ਬਰਦਸਤ ਹੁੰਦੀ ਹੈ। ਹੁਣ ਸਾਨੂੰ ਉੱਥੋਂ ਆਪਣਾ ਕੰਮ ਸ਼ੁਰੂ ਕਰਨਾ ਪੈਣਾ ਕਿ ਸਾਨੂੰ ਉਹਦੀ ਅਟੈਂਸ਼ਨ ਨੂੰ ਸੰਭਾਲ ਕੇ ਰੱਖਣਾ ਪੈਣਾ। ਬਟ ਹੁੰਦਾ ਕੀ ਹੈ ਸਾਡੇ ਛੋਟੇ ਘਰਾਂ 'ਚ, ਉਹ ਵਿਚਾਰਾ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਹੈ 100 ਦੇ ਵਿੱਚੋਂ 99 ਵਾਰ ਉਹਨੂੰ ਜਿਹੜਾ ਵਰਡ ਸੁਣਨ ਨੂੰ ਮਿਲਦਾ ਹੈ ਸਾਡੇ ਮੂੰਹ 'ਚੋਂ, ਨੋ ਨੋ ਨੋ, ਰਾਈਟ, ਸਟਾਪ ਇਟ। ਅਸੀਂ ਉਹਨੂੰ ਫੜ ਕੇ ਉਹ ਇੱਕ ਚੀਜ਼ ਵੱਲ ਜਾਂਦਾ ਹੈ, ਅਸੀਂ ਉਹਨੂੰ ਤੋੜ ਲੈਂਦੇ, ਉਹ ਇੱਕ ਚੀਜ਼ ਵੱਲ ਜਾਂਦਾ ਅਸੀਂ ਉਹਨੂੰ ਤੋੜ ਲੈਂਦੇ। ਹੁਣ ਅਸੀਂ ਉਹਦੀ ਅਟੈਂਸ਼ਨ ਤੋੜ ਰਹੇ ਹਾਂ। ਜਦੋਂ ਇਹੀ ਬੱਚਾ ਸਕੂਲ 'ਚ ਜਾਂਦਾ ਫਿਰ ਕਹਿੰਦੇ ਜੀ ਇਹਦਾ ਅਟੈਂਸ਼ਨ ਹੈ ਨਹੀਂ, ਇਹਦੀ ਅਟੈਂਸ਼ਨ ਬਣਾ ਕੇ ਲਿਆਓ, ਇਹਨੂੰ ਡਾਕਟਰ ਕੋਲ ਲੈ ਕੇ ਜਾਓ। ਸੋ ਮੇਰੀ ਪੇਰੈਂਟਸ ਨੂੰ ਬੇਨਤੀ ਹੈ ਕਿ ਉਹ ਜਿਹੜੀ ਉਹ ਕੈਪੇਬਿਲਿਟੀ ਹੈ ਬੱਚੇ ਦੀ ਉਸ ਟਾਈਮ ਦੇ ਉੱਤੇ, 9 ਮਹੀਨੇ ਦੇ ਉੱਤੇ, ਇਹਨੂੰ ਸੰਭਾਲਣ ਦੀ ਲੋੜ ਹੈ, ਇਹਨੂੰ ਫੜਨ ਦੀ ਲੋੜ ਹੈ, ਇਹਦੇ 'ਤੇ ਇਹਨੂੰ ਅਟੈਂਡ ਕਰਨ ਦੀ ਲੋੜ ਹੈ। ਤੁਹਾਨੂੰ ਵੀ ਇਹਨੂੰ ਅਟੈਂਡ ਕਰਨਾ ਪੈਣਾ ਅਵੇਅਰ ਹੋ ਕੇ, ਕਿ ਅਸੀਂ ਬਜਾਏ ਇਹ ਕਿ ਤੁਸੀਂ ਚੀਜ਼ਾਂ ਸਾਂਭਦੇ ਫਿਰੋ ਕਿ ਆਹ ਨਾ ਸੁੱਟ ਦੇ, ਆਹ ਨਾ ਤੋੜ ਦੇ, ਉਹ ਚੀਜ਼ਾਂ ਪਹਿਲਾਂ ਹੀ ਚੁੱਕ ਦਿਓ ਉੱਥੋਂ, ਤਾਂ ਕਿ ਤੁਹਾਨੂੰ ਇੰਟਰਪਟ ਨਾ ਕਰਨਾ ਪਵੇ ਵੀ ਯਾਰ ਤੂੰ ਇੱਧਰ ਬੈਠ, ਉੱਧਰ ਬੈਠ, ਨੋ ਨਾ ਕਹਿਣਾ ਪਵੇ। ਸੋ ਇਹ ਪਹਿਲੀ ਚੀਜ਼। ਹੁਣ ਮੈਂ ਸਿੱਧਾ ਚਲੇ ਜਾਂਦਾ 18 ਮਹੀਨੇ 'ਤੇ ਜਾਂ 20 ਮਹੀਨੇ 'ਤੇ ਆ ਜਾਓ, 2.5 ਸਾਲ ਦੇ ਉੱਤੇ, 2 ਤੋਂ 2.5 ਸਾਲ ਦਾ ਜਿਹੜਾ ਬੱਚਾ ਹੁੰਦਾ, ਉਹ ਹੀ ਸਟਾਰਟਸ ਆਸਕਿੰਗ ਕੁਐਸਚਨ। ਹੁਣ ਕੁਐਸਚਨ ਵੀ ਉਦੋਂ ਹੀ ਆਊਗਾ ਜੇ ਤੁਹਾਡੇ ਕੋਲ ਅਟੈਂਸ਼ਨ ਹੋਏਗੀ, ਤੁਸੀਂ ਕਿਸੇ ਚੀਜ਼ ਨੂੰ ਦੇਖਿਆ, ਹੁਣ ਤੁਸੀਂ ਪੁੱਛਿਆ ਵੀ ਆਹ ਕੀ ਆ, ਆਹ ਕਿਉਂ ਆ, ਕਿੱਦਾਂ ਆ। ਪਰ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਹੁੰਦਾ ਕੀ ਆ, ਬੱਚੇ ਇਸ ਟਾਈਮ ਦੇ ਸਕਰੀਨ 'ਤੇ ਬਹਿ ਜਾਂਦੇ ਆ ਅਤੇ ਉਹ ਸਾਰੇ ਸਕਰੀਨ ਦੇ ਵਿੱਚ ਉਲਝ ਰਹਿੰਦੇ ਆ। ਹੁਣ ਜਦੋਂ ਤੁਸੀਂ ਸਕਰੀਨ 'ਤੇ ਉਲਝ ਗਏ, ਤੁਹਾਡੀ ਅਟੈਂਸ਼ਨ ਸਕਰੀਨ 'ਤੇ ਤਾਂ ਬਹੁਤ ਬਣ ਜਾਂਦੀ ਹੈ, ਪਰ ਉਹ ਤੁਹਾਡੀਆਂ ਬਾਕੀ ਫੈਕਲਟੀਜ਼ ਨੂੰ ਤੋੜ ਦਿੰਦਾ। ਜਦੋਂ ਤੁਸੀਂ ਸਕਰੀਨ ਤੋਂ ਬਿਨਾਂ ਹੋ, ਉਦੋਂ ਤੁਹਾਡੀ ਅਟੈਂਸ਼ਨ ਵੀ ਆ ਅਤੇ ਤੁਹਾਡੀਆਂ ਬਾਕੀ ਫੈਕਲਟੀਜ਼ ਵੀ ਔਨ ਨੇ। ਉਹ ਤੁਸੀਂ ਦਬਕਾ ਮਾਰਿਆ, ਤੁਹਾਡੇ ਮੂੰਹ ਵੱਲ ਦੇਖਦਾ, ਤੁਹਾਡੇ ਐਕਸਪ੍ਰੈਸ਼ਨਸ ਦੇਖਦਾ ਹੈ, ਠੀਕ ਹੈ ਨਾ। ਸੋ ਜਿਹੜੇ ਬੱਚੇ ਲੂਜ਼ ਕਰ ਚੁੱਕੇ ਆ, ਉਹਨਾਂ ਦੀ ਅਟੈਂਸ਼ਨ ਵਾਪਸ ਲਿਆਉਣ ਲਈ ਪਹਿਲਾ ਕੰਮ ਇਹ ਹੈ ਕਿ ਜਿਹੜੀ ਚੀਜ਼ ਉਹਨਾਂ ਨੂੰ ਹੁੱਕ ਕਰਕੇ ਰੱਖਦੀ ਆ ਆਪਣੇ ਵੱਲ, ਪਹਿਲਾਂ ਉੱਥੋਂ ਤੁੜਵਾਓ। ਉਹ ਹੈਗੀ ਹੈ ਸਕਰੀਨ, ਉਹਨੂੰ ਤੁਹਾਨੂੰ ਛੱਡਣਾ ਪੈਣਾ। ਦੂਜੀ ਗੱਲ, ਇਸ ਬੱਚੇ ਲਈ ਵੀ ਅਤੇ ਨੋਰਮਲ ਬੱਚੇ ਲਈ ਵੀ, ਮੈਮਰੀ 'ਤੇ ਕੰਮ ਨਾ ਕਰੋ, ਉਹਨੂੰ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਨਾ ਕਰੋ, ਉਹਨੂੰ ਸਿੱਖਣ ਦਾ ਮੌਕਾ ਦੇਣਾ। ਤੁਸੀਂ ਜਿਵੇਂ 18 ਮਹੀਨੇ ਦਾ ਬੱਚੇ ਨੂੰ ਤੁਸੀਂ ਕੋਈ ਲੈਂਗੁਏਜ ਨਹੀਂ ਸਿਖਾਉਂਦੇ, ਉਹ ਸਿਰਫ ਤੁਹਾਨੂੰ ਬੋਲਦਿਆਂ ਨੂੰ ਸੁਣਦਾ ਹੈ। ਜੇ ਪੰਜਾਬੀਆਂ ਘਰ ਜੰਮ ਪਿਆ ਤਾਂ ਉਹਨੇ ਪੰਜਾਬੀ ਬੋਲਣ ਲੱਗ ਪੈਣਾ, ਜੇ ਉਹ ਗੋਰਿਆਂ ਘਰ ਜੰਮ ਪਿਆ ਤਾਂ ਉਹਨੇ ਅੰਗਰੇਜ਼ੀ ਬੋਲਣ ਲੱਗ ਪੈਣਾ। ਤੁਸੀਂ ਉਹਨੂੰ ਕੋਈ ਕਿਤਾਬ ਨਹੀਂ ਪੜ੍ਹਾਉਂਦੇ, ਤੁਹਾਡਾ ਬੱਚਾ ਸਿਰਫ ਤੁਹਾਨੂੰ ਬੋਲਦਿਆਂ ਨੂੰ ਸੁਣ ਕੇ ਇੱਕ ਫਸਟ ਕਲਾਸ ਲੈਂਗੁਏਜ ਬੋਲਣੀ ਸ਼ੁਰੂ ਕਰ ਦਿੰਦਾ। ਇਹ ਅਨਪੜ੍ਹ ਵੀ ਰਵੇ ਸਾਰੀ ਉਮਰ, ਉਹ ਬਹੁਤ ਸੋਹਣਾ ਬੁਲਾਰਾ ਵੀ ਬਣ ਸਕਦਾ। ਸਿਰਫ ਉਹਨੂੰ ਆਪਣੀ ਲੈਂਗੁਏਜ ਨੂੰ ਲਿਖਤੀ ਰੂਪ ਦੇਣਾ ਨਹੀਂ ਆਉਂਦਾ ਹੋਵੇਗਾ, ਬਿਲਕੁਲ, ਜਾਂ ਲਿਖੀ ਹੋਈ ਨੂੰ ਪੜ੍ਹਨਾ ਨਹੀਂ ਆਉਂਦਾ ਹੋਵੇਗਾ, ਬਟ ਲੈਂਗੁਏਜ ਤੁਹਾਨੂੰ ਆਉਂਦੀ ਹੈ। ਕੀ ਤੁਸੀਂ ਸਿੱਖ ਸਕਦੇ ਹੋ ਅੱਜ ਦੀ ਉਮਰ 'ਚ ਨਵੀਂ ਲੈਂਗੁਏਜ ਸਿਰਫ ਇਸ ਕਰਕੇ ਕਿ ਮੈਂ 4 ਬੰਦਿਆਂ 'ਚ ਰਹਿ ਲਵਾਂ ਅਤੇ ਮੈਂ 2 ਮਹੀਨਿਆਂ 'ਚ ਨਵੀਂ ਲੈਂਗੁਏਜ ਸਿੱਖ ਲਾਂ? ਮਰਨ ਤੱਕ ਨਹੀਂ ਆਉਣੀ। ਜੇ ਆਪਾਂ ਹੁਣ ਨਵੀਂ ਸ਼ੁਰੂ ਕਰੀਏ ਤਾਂ ਅਸੀਂ ਉਹ ਕੈਪੇਬਿਲਿਟੀ ਖ਼ਤਮ ਕਰ ਚੁੱਕੇ ਹਾਂ। ਇਸੇ ਤਰ੍ਹਾਂ ਜਿਵੇਂ ਅੱਜ ਸਾਡੇ ਕੋਲ ਇਹ ਕੈਪੇਬਿਲਿਟੀ ਨਹੀਂ ਹੈਗੀ ਕਿ ਜੇ ਮੈਂ 4 ਮਹੀਨਿਆਂ ਚੀਨੀਆਂ ਨਾਲ ਰਵਾਂ ਅਤੇ ਮੈਂ ਚਾਈਨੀਜ਼ ਬੋਲਣੀ ਸ਼ੁਰੂ ਕਰ ਦੇਵਾਂ, ਪਰ ਤੁਹਾਡੇ ਬੱਚੇ ਕੋਲ ਹੈਗੀ ਆ।
ਉਹ ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਉਹ ਲੂਜ਼ ਕਰੀ ਜਾਂਦਾ। ਸੋ ਇਹਨੂੰ ਥੱਲੜੇ ਲੈਵਲ 'ਤੇ ਸਾਂਭਣ ਦੀ ਲੋੜ ਹੈ। ਔਰ ਉਹ ਟਾਈਮ ਹੈਗਾ ਹੈ ਪਹਿਲੇ 5 ਸਾਲ। 5 ਸਾਲ ਦਾ ਬੱਚਾ 7 ਲੈਂਗੁਏਜਸ ਸਿੱਖ ਸਕਦਾ ਵਾ ਵਿਦਆਊਟ ਐਨੀ ਐਫਰਟ। ਪਰ ਜੇ ਉਹਨੂੰ ਤੁਸੀਂ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਸੀਂ ਉਹਨੂੰ ਲਿਮਿਟ ਕਰ ਦਿੰਦੇ ਹੋ। ਤੁਸੀਂ ਉਹਨੂੰ ਗ੍ਰੀਨ ਕਲਰ ਹੀ ਸਿਖਾਉਣ ਦੇ ਉੱਤੇ ਟਾਈਮ ਲਾ ਰਹੇ ਹੋ। ਤੁਹਾਨੂੰ ਲੋੜ ਨਹੀਂ ਹੈ, ਉਹਨੇ ਆਪੇ ਸਿੱਖ ਲੈਣਾ। ਤੁਸੀਂ ਬੋਲਣਾ ਨੂੰ ਪਤਾ ਲੱਗ ਜਾਣਾ ਕਿ ਆ ਗ੍ਰੀਨ ਹੈ। ਬਟ ਅਸੀਂ ਬਹੁਤ ਜ਼ਿਆਦਾ ਫੋਕਸ ਥੱਲੇ ਕਰ ਦਿੰਦੇ ਹਾਂ। ਹੁਣ ਐਕਚੁਅਲੀ ਤੁਹਾਨੂੰ ਲੱਗਦਾ ਕਿ ਅਸੀਂ ਉਹਨੂੰ ਫੋਕਸ ਸਿਖਾ ਰਹੇ ਹਾਂ, ਅਸੀਂ ਉਹਨੂੰ ਅਟੈਂਸ਼ਨ ਸਿਖਾ ਰਹੇ ਹਾਂ, ਕਿ ਅਸੀਂ ਉਹਨੂੰ ਕਹਿ ਰਹੇ ਹਾਂ ਆਹ ਦੇਖ ਆਹ ਦੇਖ। ਨਹੀਂ, ਐਕਚੁਅਲੀ ਕੰਮ ਉਲਟਾ ਹੋ ਰਿਹਾ। ਅਸੀਂ ਉਹਦਾ ਬਣਿਆ ਬਣਾਇਆ ਫੋਕਸ ਤੋੜ ਰਹੇ। ਬਹੁਤ ਇੰਪੋਰਟੈਂਟ ਗੱਲਾਂ ਨੇ ਜੀ। ਅਤੇ ਮੈਂ ਦੇਖ ਰਿਹਾ ਕਈ ਤਰ੍ਹਾਂ ਦੇ ਸਵਾਲ ਵੀ ਆਉਣੇ ਸ਼ੁਰੂ ਹੋ ਗਏ ਨੇ, ਸੋ ਇਹਨਾਂ ਨੂੰ ਵੀ ਅਸੀਂ ਲਵਾਂਗੇ ਸਵਾਲ। ਅੱਜ ਅਸੀਂ ਫੋਨ 'ਤੇ ਸ਼ਾਇਦ ਨਾ ਲੈ ਸਕੀਏ, ਫਿਰ ਗੱਲ ਬਿਖਰ ਜਾਂਦੀ ਹੈ। ਟੈਕਸਟ ਮੈਸੇਜ ਰਾਹੀਂ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਨੰਬਰ ਹੈ 905 790 55 55। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਗੱਲਬਾਤ ਅਸੀਂ ਕਰ ਰਹੇ ਹਾਂ ਬੱਚਿਆਂ ਨੂੰ। ਅਸਲ ਦੇ ਵਿੱਚ ਇੱਕ ਪੂਰੀ ਜਨਰੇਸ਼ਨ ਨੂੰ ਬਚਾਉਣ ਵਾਲੀ ਗੱਲ ਹੈ, ਕਿਉਂਕਿ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਅਸੀਂ ਕ੍ਰੀਏਟ ਕੀਤਾ ਟੈਕਨੋਲੋਜੀ ਦੇ ਨਾਂ ਦੇ ਉੱਤੇ, ਡਿਵਾਈਸਿਸ ਦੇ ਨਾਂ ਦੇ ਉੱਤੇ, ਜਿਸ ਕਿਸਮ ਦੀ ਇਕੋਨਮੀ ਹੈ ਜਿਹਦੇ 'ਚ ਅਸੀਂ ਬੱਚਿਆਂ ਨੂੰ ਟਾਈਮ ਦੇ ਹੀ ਨਹੀਂ ਸਕਦੇ, ਕਿਉਂਕਿ ਜੇ ਬੱਚਿਆਂ ਨੂੰ ਟਾਈਮ ਦਿੰਦੇ ਹਾਂ ਤਾਂ ਗੁਜ਼ਾਰਾ ਨਹੀਂ ਹੁੰਦਾ, ਅਤੇ ਜੇ ਟੈਕਨੋਲੋਜੀ ਦਾ ਸਹਾਰਾ ਨਹੀਂ ਲੈਂਦੇ ਤਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਬਾਕੀ ਆਪਣੇ ਰੋਜ਼ਮਰਰਾ ਦੇ ਕੰਮ ਮੈਨੇਜ ਕਰ ਸਕੀਏ। ਸੋ ਬੜੀ ਮੁਸ਼ਕਿਲ ਸਿਚੁਏਸ਼ਨ ਹੈ। ਮੈਂ ਦੇਖ ਰਿਹਾ ਜਿਹੜੇ ਕੁਛ ਕੁਐਸਚਨਸ ਵੀ ਆਏ ਨੇ ਉਹਨਾਂ 'ਚ ਵੀ ਇਹ ਚੀਜ਼ ਦੇਖੀ ਜਾ ਸਕਦੀ ਹੈ ਕਿ ਫਿਰ ਕਰੀਏ ਕੀ। ਸੋ ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸਟੂਡੀਓ 'ਚ ਨੇ। ਸੋ ਡਾਕਟਰ ਚੀਮਾ, ਇਹ ਜਿਹੜੀ ਸਿਚੁਏਸ਼ਨ ਹੈ, ਮੈਂ ਵੀ ਕਈ ਵਾਰ ਦੇਖਦਾ ਆਲੇ ਦੁਆਲੇ ਪਰਿਵਾਰਾਂ ਨੂੰ ਕਿ ਉਹ ਇਹ ਗੱਲ ਸੁਣ ਵੀ ਲੈਂਦੇ ਆ ਕਿ ਸਕਰੀਨ ਤੋਂ ਬਚਾਓ ਬੱਚਿਆਂ ਨੂੰ, ਫਿਰ ਉਹ ਕੋਸ਼ਿਸ਼ ਵੀ ਕਰਦੇ ਨੇ, ਪਰ ਮੁੜ ਕੇ ਜਦੋਂ ਬੱਚਾ ਖਾਣਾ ਖਾਣ ਲਈ ਵੀ ਟਾਈਮ ਨਹੀਂ ਤੁਹਾਨੂੰ ਦਿੰਦਾ, ਉਦੋਂ ਫਿਰ ਤੁਹਾਨੂੰ ਵਾਪਸ ਉੱਥੇ ਜਾਣਾ ਪੈਂਦਾ। ਸੋ ਇਹ ਵਾਕਈ ਹੀ ਬੜੀ ਵੱਡੀ ਗੁੰਝਲ ਹੈ ਜਿਹਦੇ ਪੈਰੈਂਟਸ ਫਸੇ ਹੋਏ। ਹਾਂਜੀ ਹਾਂਜੀ, ਇਹ ਅਸੀਂ ਸ਼ੁਰੂ ਕਰ ਲੈਂਦੇ ਨਾ ਅਸੀਂ ਇੱਕ ਵਾਰੀ ਪਹਿਲਾਂ, ਅਤੇ ਫਿਰ ਉਹ ਫਸ ਜਾਂਦਾ ਬੰਦੇ, ਬੱਚੇ ਫਸ ਜਾਂਦੇ। ਇਹਨੂੰ ਅਸੀਂ ਇਹਦੇ 2 ਕੌਨਸੈਪਟ ਨੇ, ਇੱਕ ਪੋਜ਼ੀਟਿਵ ਰੀਇਨਫੋਰਸਮੈਂਟ, ਇੱਕ ਨੈਗੇਟਿਵ ਰੀਇਨਫੋਰਸਮੈਂਟ। ਜਿਵੇਂ ਬੱਚਾ ਰੋਇਆ, ਤੁਸੀਂ ਉਹਦੀ ਗੱਲ ਮੰਨ ਲਈ, ਉਹਨੂੰ ਪਤਾ ਲੱਗ ਜਾਂਦਾ ਕਿ ਰੋਇਆ ਹੀ ਚੱਲਦਾ ਕੰਮ। ਜਿਵੇਂ ਸਾਨੂੰ ਵੀ ਪਤਾ ਹੁੰਦਾ ਸਾਡਾ ਬਾਪੂ ਨੇ ਗੱਲ ਮੰਨਣੀ ਹੈ ਨਾ, ਸਾਨੂੰ ਸਮਝ ਹੁੰਦੀ ਇੰਨੀ ਕਿ ਜਾਂ ਮਾਂ ਨੇ ਤੋਂ ਕਿਸ ਤਰ੍ਹਾਂ ਗੱਲ ਮਨਾਉਣੀ। ਛੋਟੇ ਬੱਚੇ ਨੂੰ ਵੀ 9 ਮਹੀਨੇ ਦੇ ਬੱਚੇ ਨੂੰ ਪਤਾ ਹੁੰਦਾ ਕਿ ਮੈਨੂੰ ਉਹਨਾਂ ਨੇ ਰੋਕਣਾ ਅਤੇ ਮੈਂ ਕੀ ਕਰਨਾ। ਉਹ ਚੀਜ਼ ਲਗਾ ਕੇ ਕਰਨ ਲੱਗ ਜਾਂਦਾ 9 ਮੰਥਸ 'ਤੇ। ਉਹਦੀ ਇੰਟੈਲੀਜੈਂਸ ਹੁੰਦੀ ਹੈ, ਉਹਦੇ ਕੋਲ ਇੰਟਲੈਕਟ ਹੁੰਦਾ ਇੰਨਾ ਕੁ। ਅਤੇ ਬਟ ਅਗੇਨ ਮੈਂ ਫਿਰ ਕਹੂੰਗਾ ਅਸੀਂ ਖਰਾਬ ਕਰ ਬੈਠੇ ਹਾਂ। ਸੋ ਸਾਰੇ ਲੋਕਾਂ ਦਾ ਕੁਐਸਚਨ ਬਿਲਕੁਲ ਵਾਜਿਬ ਹੈ, ਪਰ ਕਰੀਏ ਕੀ। ਬਟ ਅਗੇਨ ਮੈਂ ਤੈਨੂੰ ਫਿਰ ਦੱਸ ਦੇਵਾਂ, ਕਰਨਾ ਤੁਸੀਂ ਹੋਈ ਆ, ਤੁਹਾਨੂੰ ਰਾਹ ਲੱਭਣਾ ਪੈਣਾ। ਮੈਂ ਤੁਹਾਨੂੰ ਪ੍ਰੋਸੈਸ ਦੱਸ ਸਕਦਾ। ਹੁਣ ਜਿਵੇਂ ਫੋਰ ਐਗਜ਼ਾਮਪਲ ਛੋਟੀ ਜਿਹੀ ਚੀਜ਼ ਹੈ, ਆਪਾਂ ਥੋੜ੍ਹਾ ਜਿਹਾ ਅੱਗੇ ਚਲੇ ਜਾਂਦੇ ਹਾਂ। ਚਲੋ ਆਪਾਂ 1.5 ਸਾਲ 'ਤੇ ਜਦੋਂ ਬੱਚਾ ਤੁਰਨ ਲੱਗ ਜਾਂਦਾ ਆਪਾਂ ਉੱਥੇ ਆ ਜਾਂਦੇ ਹਾਂ। ਹੁਣ ਜੇ ਤਾਂ ਇਹ ਵੱਡੇ ਪਰਿਵਾਰ 'ਚ ਹੈ, ਖੁੱਲ੍ਹੇ ਪਰਿਵਾਰ 'ਚ ਹੈ, ਠੀਕ ਹੈ ਨਾ, ਇੱਕ ਛੋਟੇ ਕਸਬੇ 'ਚ ਹੈ, ਉਹ ਰੂਟੀਨ ਦੇ ਵਿੱਚ ਬਹੁਤ ਕੁਛ ਦੇਖ ਲੈਂਦਾ ਹੈ ਸਾਰੇ ਦਿਨ 'ਚ, ਜਿਹੜਾ ਇੰਨਾ ਫਾਸਟ ਨਹੀਂ ਆ। ਬਾਹਰ ਨਿਕਲਿਆ, ਕੋਈ ਗੱਲਬਾਤ ਹੋ ਰਹੀ ਹੈ, ਤੁਹਾਡੇ ਕੋਲ ਕੋਈ ਕੰਮ ਵਾਲੀ ਆਈ ਹੈ ਜਾਂ ਜਿੱਦਾਂ ਵੀ ਆ, ਉਹਦੇ ਕੋਲ ਬਹੁਤ ਕੁਛ ਹੁੰਦਾ ਹੈ। ਇੱਥੇ ਸਾਡੇ ਕੋਲ ਹੈਗਾ ਵਾ ਬਹੁਤ ਸਟਰਕਚਰਡ ਇਨਵਾਇਰਨਮੈਂਟ। ਜਿਹੜਾ ਸਟਰਕਚਰਡ ਇਨਵਾਇਰਨਮੈਂਟ ਹੁੰਦਾ ਹੈ ਇਹ ਤੁਹਾਡੀ ਐਫੀਸ਼ੀਐਂਸੀ 'ਤੇ ਵਧਾਉਂਦਾ ਹੈ, ਪਰ ਤੁਹਾਡੀ ਇੰਡੀਵਿਜੂਅਲ ਗਰੋਥ ਘਟਾ ਦਿੰਦਾ। ਬਿਲਕੁਲ ਸਹੀ ਗੱਲ। ਬਹੁਤ ਸਟਰਕਚਰਡ ਟ੍ਰੈਫਿਕ ਹੋਏਗਾ, ਠੀਕ ਹੈ, ਤੁਸੀਂ ਛੇਤੀ ਪਹੁੰਚ ਜਾਓਗੇ, ਬਟ ਐਕਸੀਡੈਂਟਸ ਵੀ ਜ਼ਿਆਦਾ ਹੋਣਗੇ। ਜਦੋਂ ਹੋਏ ਤਾਂ ਬਹੁਤ ਵੱਡੇ ਹੋਣਗੇ, ਕਿਉਂਕਿ ਸਾਰੇ ਅੱਧੇ ਸੁੱਤੇ ਪਏ, ਕਿਉਂਕਿ ਤੁਸੀਂ ਇੱਕ ਸਟਰਕਚਰ 'ਚ ਚੱਲ ਰਹੇ ਹੋ। ਹੁਣ ਸੇਮ ਪ੍ਰੋਬਲਮ ਸਾਡੀ ਬੱਚਿਆਂ ਦੀ ਹੈ। ਜੇ ਤੁਸੀਂ ਉਹਨਾਂ ਨੂੰ ਸਿਖਾਉਣਾ ਹੈ, ਸੋ ਪਹਿਲਾ ਕੰਮ ਤੁਹਾਨੂੰ ਜਿਹੜਾ ਕਰਨਾ ਪੈਣਾ ਹੈ ਉਹ ਕਰਨਾ ਪੈਣਾ ਹੈ ਕਿ ਤੁਹਾਨੂੰ ਬੱਚੇ ਦੀ ਅਟੈਂਸ਼ਨ ਲੈਣੀ ਪੈਣੀ, ਕਿ ਬੱਚਾ ਤੁਹਾਨੂੰ ਅਟੈਂਡ ਵੀ ਕਰਦਾ ਕਿ ਨਹੀਂ ਕਰਦਾ। ਹੁਣ ਜੇ ਤਾਂ ਤੁਸੀਂ ਹੁਣ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ ਕਿ ਸਾਊਂਡ ਦੀ ਬੜੀ ਇੰਪੋਰਟੈਂਟ ਆ। ਸਾਰੀ ਸ੍ਰਿਸ਼ਟੀ ਕਹਿੰਦੇ ਸਾਊਂਡ ਤੋਂ ਬਣੀ ਹੈ, ਤਾਂ ਸਾਊਂਡ 'ਤੇ ਹੀ ਚੱਲਦੀ ਆ। ਜਾਨਵਰ ਵੀ ਸਾਊਂਡ ਨਾਲ ਹੀ ਕਮਿਊਨੀਕੇਟ ਕਰਦੇ ਆ, ਅਸੀਂ ਵੀ ਕਰਦੇ ਹਾਂ। ਹੁਣ ਮੈਂ ਤੁਹਾਨੂੰ ਕਹਾਂ, ਆਪਾਂ ਕੋਈ ਫਾਦਰ ਆਪਣੇ ਬੱਚੇ ਨੂੰ ਕਹਿੰਦਾ ਬਹਿ ਜਾ ਬਹਿ ਜਾ, ਹੁਣ ਵਰਡ ਇੱਕੋ ਹੀ ਆ, ਪਰ ਪੈਰਾਲਿੰਗੁਇਸਟਿਕ ਇਫੈਕਟ ਬਿਲਕੁਲ ਡਿਫਰੈਂਟ ਹੈ। ਦੂਜੇ 'ਚ ਦਬਕਾ ਹੈ, ਪਹਿਲੇ 'ਚ ਦਬਕਾ ਨਹੀਂ ਹੈਗਾ। ਹੁਣ ਜਿਹੜੇ ਬੱਚੇ ਅਟੈਂਸ਼ਨ ਲੂਜ਼ ਕਰ ਚੁੱਕੇ ਹੁੰਦੇ ਆ, ਉਹ ਘਰ ਦੇ ਕਹਿੰਦੇ ਜਦੋਂ ਤੇ ਦਬਕਾ ਮਾਰਦੇ ਆ, ਜਦੋਂ ਉੱਚੀ ਬੋਲਦੇ ਆ, ਉਦੋਂ ਦੇਖਦਾ ਮਾੜਾ ਜਿਹਾ, ਨਹੀਂ ਤੇ ਅੱਗੋਂ ਪਿੱਛੋਂ ਤੇ ਸਾਨੂੰ ਇਹ ਸੁਣਦਾ ਹੀ ਨਹੀਂ। ਸੋ ਇਹਦਾ ਮਤਲਬ ਇਹ ਹੈਗਾ ਕਿ ਅਟੈਂਸ਼ਨ ਉਹਦੇ ਕੋਲ ਅਜੇ ਵੀ ਹੈਗੀ ਹੈ ਥੋੜ੍ਹੀ ਬਹੁਤ, ਬਟ ਉਹਦੀ ਥ੍ਰੈਸ਼ਹੋਲਡ ਵੱਧ ਗਿਆ। ਤੁਹਾਨੂੰ ਜ਼ੋਰ ਲਾਉਣਾ ਪੈਂਦਾ, ਫਿਰ ਉਹ ਤੁਹਾਨੂੰ ਅਟੈਂਡ ਕਰਦਾ। ਗੁੱਡ ਥਿੰਗ ਇਜ਼ ਕਿ ਉਹਦੇ ਕੋਲ ਕੈਪੇਬਿਲਿਟੀ ਅਜੇ ਵੀ ਹੈਗੀ ਹੈ। ਸੋ ਅਸੀਂ ਉਹਨੂੰ ਵਾਪਸ ਲਿਆਉਣ ਲਈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਅਗਲੀ ਕਰਨੀ ਆ, ਹਰ ਬੱਚਾ
ਲੀਡਰਸ਼ਿਪ ਰੋਲ ਪਸੰਦ ਕਰਦਾ ਹੈ। ਅਸੀਂ ਵੀ ਕਰਦੇ ਹਾਂ, ਬੱਚਾ ਵੀ ਕਰਦਾ। ਬੱਚਾ ਤੁਹਾਡੀ ਸਟੋਰੀ ਤਾਂ ਹੀ ਸੁਣੇਗਾ ਜੇ ਉਹਦੇ ਵਿੱਚ ਕੋਈ ਆਪਸ 'ਚ ਜੁੜੀਆਂ ਹੋਈਆਂ। ਆਪਾਂ ਚੁਟਕਲਾ ਸੁਣਾਉਂਦੇ ਹਾਂ, ਅਗਲਾ ਬੰਦਾ ਹੱਸ ਪੈਂਦਾ, ਸੋ ਉਹਨੂੰ ਇੰਟਰਪ੍ਰੇਟ ਕਰਦਾ। ਸਾਡੀ ਇਨਹੈਰੈਂਟ ਕੈਪੇਬਿਲਿਟੀ ਆ, ਬੱਚੇ 'ਚ ਵੀ ਹੁੰਦੀ ਆ। ਹੁਣ ਬੱਚੇ ਨੂੰ ਤੁਹਾਨੂੰ ਲੀਡਰਸ਼ਿਪ ਰੋਲ ਦੇਣਾ ਪੈਣਾ ਇਸ ਮੁਲਕ ਦੇ ਵਿੱਚ ਹਰ ਥਾਂ 'ਤੇ। ਤੁਸੀਂ ਲਾਂਡਰੀ ਕਰਨ ਚੱਲੇ ਆ ਨਾ, ਘਰਦਿਆਂ ਨੂੰ ਆਪਣੀ ਕਾਹਲੀ ਹੁੰਦੀ ਆ ਕਿ ਅਸੀਂ ਕੰਮ ਛੇਤੀ ਨਿਬੇੜੀਏ, ਉਹਦੇ 'ਚ ਗੜਬੜ ਹੋ ਜਾਂਦੀ। ਤੁਹਾਨੂੰ ਸਲੋ ਹੋਣਾ ਪੈਣਾ। 18 ਮਹੀਨੇ ਦਾ ਬੱਚਾ, 14 ਮਹੀਨੇ ਦਾ ਬੱਚਾ ਜਦੋਂ ਤੁਰਨ ਲੱਗ ਜਾਂਦਾ, ਹੀ ਇਜ਼ ਰੈਡੀ ਟੂ ਹੈਲਪ ਯੂ। ਉਹ ਤੁਹਾਡੇ ਨਾਲ, ਉਹ ਕਰਨਾ ਚਾਹੁੰਦਾ ਤੁਹਾਡੇ ਸਾਰੇ ਕੰਮ। ਅਸੀਂ ਬਿਠਾਉਂਦੇ ਹਾਂ ਵੀ ਯਾਰ ਖਲਾਰਾ ਪਾਉਂਦਾ ਹੈ, ਇਹ ਸਾਡਾ ਕੰਮ ਵਧਾਉਂਦਾ ਹੈ। ਸੋ ਪਹਿਲੀ ਬ੍ਰੇਕ ਤਾਂ ਤੁਹਾਨੂੰ ਉੱਥੇ ਲਾਉਣੀ ਪੈਣੀ ਹੈ। ਵਧਾ ਲੈਣ ਦਿਓ ਕੰਮ, ਕੋਈ ਗੱਲ ਨਹੀਂ, ਖਲਾਰਾ ਪਾਉਂਦਾ ਪਾ ਲੈਣ ਦਿਓ। ਅਸੀਂ ਬੱਚੇ ਨੂੰ ਖਵਾਉਂਦੇ ਹਾਂ। ਮੈਨੂੰ ਯਾਦ ਆ, ਅਸੀਂ ਛੋਟੇ ਹੁੰਦੇ ਸੀ, ਜਾਂ ਮੈਂ ਹੋਰ ਵੀ ਆਪਣੇ ਦੇਖਿਆ, ਨੰਗੇ ਝੜੰਗੇ ਬਹਿ ਜਾਣੇ, ਅੰਬ ਫੜ ਲੈਣੇ, ਹੈ ਨਾ, ਅਤੇ ਆਪ ਵੀ ਲਿਬੜਨਾ, ਹੱਥ ਵੀ ਲਿਬੜਨੇ, ਮੂੰਹ ਵੀ ਲਿਬੜਨਾ, ਬਟ ਕੋਈ ਕੇਅਰ ਨਹੀਂ ਸੀ ਕਰਦਾ। ਹੁਣ ਅਸੀਂ ਕਹਿੰਦੇ ਵੀ ਸਾਡਾ ਕਾਰਪੇਟ ਨਾ ਖਰਾਬ ਹੋ ਜਾਏ, ਸਾਡਾ ਕੰਮ ਨਾ ਵੱਧ ਜੇ, ਅਸੀਂ ਬੱਚੇ ਨੂੰ ਚੇਅਰ 'ਚ ਬਿਠਾ ਦਿੰਦੇ ਹਾਂ, ਅਤੇ ਅਸੀਂ ਕਹਿੰਦੇ ਵੀ ਅਸੀਂ ਫਟਾਫਟ ਖਵਾ ਕੇ ਵਿਹਲੇ ਹੋ ਜਾਈਏ। ਉਹ ਸਾਡੀ ਲਾਲਚ ਹੈ। ਅਸੀਂ TV ਦਾ ਸਹਾਰਾ ਲਈਏ, ਸਕਰੀਨ ਦਾ ਸਹਾਰਾ ਲਈਏ, ਸਾਨੂੰ ਹੈਗਾ ਕਿ ਯਾਰ 5 ਮਿੰਟਾਂ 'ਚ ਕੰਮ ਖਤਮ ਹੋ ਜਾਏ। ਸੋ ਵੀ ਆਰ ਲੂਜ਼ਿੰਗ ਪੇਸ਼ੈਂਸ। ਸੋ ਸਾਨੂੰ ਉੱਥੇ ਥੋੜ੍ਹਾ ਜਿਹਾ ਸਲੋ ਹੋਣਾ ਪੈਣਾ। ਜੇ ਸਕਰੀਨ ਉਹਨੂੰ ਜ਼ਿਆਦਾ ਇੰਟਰਸਟਿੰਗ ਲੱਗ ਰਹੀ ਹੈ ਤੁਹਾਡੇ ਨਾਲੋਂ, ਅਤੇ ਇਹਦਾ ਮਤਲਬ ਹੈ ਵੀ ਫਿਰ ਤਾਂ ਤੁਸੀਂ ਕੁਛ ਦੇ ਹੀ ਨਹੀਂ ਰਹੇ ਉਹਨੂੰ। ਉਹ ਵੱਡਾ ਹੋ ਕੇ ਕਿਹੜੀ ਚੀਜ਼ 'ਤੇ ਰੈਲਿਸ਼ ਕਰੂਗਾ। ਅਸੀਂ ਰੈਲਿਸ਼ ਕਰਦੇ ਹਾਂ ਆਪਣੇ ਪੇਰੈਂਟਸ 'ਤੇ, ਪਿਛਲੀਆਂ ਜਨਰੇਸ਼ਨ 'ਤੇ, ਉਹਨਾਂ ਨੇ ਸਾਨੂੰ ਕੁਛ ਦਿੱਤਾ, ਨਾਟ ਪ੍ਰੋਪਰਟੀ ਵਾਈਜ਼, ਮਤਲਬ ਇੰਟਲੈਕਟ ਵਾਈਜ਼। ਉਹ ਫਿਰ ਕਿਹੜੀ ਚੀਜ਼ 'ਤੇ ਰੈਲਿਸ਼ ਕਰੂਗਾ ਤੁਹਾਡੇ 'ਤੇ? ਉਹਦੇ ਕੋਲ ਕੀ ਆ, ਤੁਸੀਂ ਕੀ ਦਿੱਤਾ ਫਿਰ ਉਹਨੂੰ? ਸੋ ਪਹਿਲਾ ਕੰਮ ਹੈ ਸਲੋ ਡਾਊਨ, ਸਲੋ ਹੋ ਜਾਓ। ਤੁਹਾਨੂੰ ਬਹਿਣਾ ਪੈਣਾ, ਤੁਹਾਨੂੰ ਸਿੱਖਣਾ ਪੈਣਾ, ਤੁਹਾਨੂੰ ਆਪਣੇ ਆਪ ਨੂੰ ਕਹਿਣਾ ਪੈਣਾ ਕਿ ਮੈਂ ਗੱਲਾਂ ਕਰਨੀਆਂ ਯਾਰ ਅੱਜ ਜਾ ਕੇ। ਸਿਰਫ ਨਾਲ ਬਹਿਣਾ ਜਾਂ ਨਾਲ ਖੇਡਣਾ ਜਾਂ ਉਹਨੂੰ ਲੈ ਕੇ ਗੋਦੀ 'ਚ ਲੈ ਕੇ ਤੇ ਤੁਸੀਂ ਬਾਜ਼ਾਰ ਤੁਰੇ ਫਿਰੋ। ਜਿਵੇਂ ਮੈਂ ਬਹੁਤ ਸਾਰੇ ਗਰੋਸਰੀ ਸਟੋਰ 'ਤੇ ਦੇਖਦਾ, ਤੁਸੀਂ 2 ਸਾਲ ਦੇ ਬੱਚੇ ਨੂੰ ਕਹਿ ਦਿਓ, ਉਹਨੂੰ ਲੀਡਰ ਬਣਾ ਦਿਓ ਗਰੋਸਰੀ ਸਟੋਰ ਜਾ ਕੇ, ਕਿ ਚੱਲ ਬਈ ਫੜ ਸੇਬ ਕਿੱਥੇ ਆ, ਫੜ ਦੁੱਧ ਕਿੱਥੇ ਆ। ਯੂ ਵਿਲ ਬੀ ਸਰਪ੍ਰਾਈਜ਼ਡ ਕਿ ਉਹਨੂੰ ਤੁਹਾਡੇ ਨਾਲੋਂ ਜ਼ਿਆਦਾ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ। ਬਟ ਅਸੀਂ ਟਾਈਮ ਨਹੀਂ ਦਿੰਦੇ। ਅਸੀਂ ਉਹਨੂੰ ਉਂਗਲ ਫੜ ਕੇ ਨਾਲ ਲਈ ਫਿਰ, ਜੇ ਉਹ ਕਿਤੇ ਖਲੋਂਦਾ ਵੀ ਆ, ਕਿਸੇ ਚੀਜ਼ ਵੱਲ ਧਿਆਨ ਦਿੰਦਾ ਵੀ ਆ, ਅਸੀਂ ਤਾਂ ਉਸੇ ਵੇਲੇ ਉਹਨੂੰ ਝਿੜਕਵਾ ਦਿੰਦੇ ਹਾਂ ਜਾਂ ਉਹਨੂੰ ਤੁੜਵਾ ਦਿੰਦੇ ਹਾਂ, ਅੱਗੇ ਤੋਰ ਲੈਂਦੇ। ਉਹ ਕੁਛ ਹੋਰ ਦੇਖਣਾ ਚਾਹੁੰਦਾ ਹੈ, ਉਹਦਾ ਅਟੈਂਸ਼ਨ ਹੈਗੀ ਹੈ ਕਿਸੇ ਹੋਰ ਚੀਜ਼ ਵੱਲ, ਇੰਟਰਸਟਿੰਗ ਚੀਜ਼ ਵੱਲ, ਬਟ ਅਸੀਂ ਤੜਵਾਈ ਜਾਂਦੇ, ਬਾਰ-ਬਾਰ ਤੜਵਾਈ ਜਾਂਦੇ। ਅਸੀਂ ਉਹਦੇ ਲਈ ਖਲੋਂਦੇ ਨਹੀਂ। ਉਹ ਇੱਕ ਵੱਖਰੇ ਟਰੈਕ 'ਤੇ ਚੱਲ ਰਿਹਾ, ਤੁਸੀਂ ਇੱਕ ਵੱਖਰੇ ਟਰੈਕ 'ਤੇ ਚੱਲ ਰਹੇ ਹੋ। ਹੁਣ ਜੇ ਤੁਸੀਂ ਉਹਨੂੰ ਖਿੱਚ ਕੇ ਆਪਣੇ ਟਰੈਕ 'ਤੇ ਲੈ ਕੇ ਆਉਣਾ ਆ, ਪਹਿਲਾਂ ਤੁਹਾਨੂੰ ਉਹਦੇ ਟਰੈਕ 'ਤੇ ਜਾਣਾ ਪਊਗਾ, ਉਹਦੇ ਨਾਲ ਥੋੜ੍ਹੇ ਕਦਮ ਚੱਲਣੇ ਪੈਣਗੇ, ਅਤੇ ਫਿਰ ਤੁਹਾਨੂੰ ਉਹਨੂੰ ਆਪਣੇ ਵਾਲੇ ਪਾਸੇ ਨੂੰ ਮੋੜਨਾ ਪਊਗਾ। ਟਾਈਮ ਬਹੁਤ ਇੰਪੋਰਟੈਂਟ ਹੈ, ਮਤਲਬ ਗੱਲ ਕਰਨੀ ਪੈਣੀ ਹੈ। ਪਰ ਬਹੁਤ ਸਾਰੇ ਪੇਰੈਂਟਸ ਨੂੰ ਗੱਲ ਹੀ ਨਹੀਂ ਆਉਂਦੀ ਵੀ ਹੁਣ ਅਸੀਂ ਗੱਲ ਕੀ ਕਰੀਏ। ਜਾਚ ਹੀ ਭੁੱਲ ਗਈ ਉਹਨਾਂ ਕੋਲ ਕੋਈ ਗੱਲ ਹੀ ਨਹੀਂ ਹੁੰਦੀ ਕਰਨ ਵਾਸਤੇ ਕਿ ਅਸੀਂ ਆਪਣੇ ਬੱਚੇ ਨੂੰ ਇੰਗੇਜ ਕਿਵੇਂ ਕਰਨਾ। ਬਹੁਤ ਘੱਟ ਲੋਕਾਂ ਕੋਲ ਇਹ ਕੈਪੇਬਿਲਿਟੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਇੰਗੇਜ ਕਰਕੇ ਰੱਖਦੇ ਆ। ਸਭ ਆਪਣੇ 'ਚ ਫਸੇ ਹੁੰਦੇ ਆ। ਸੋ ਸਲੋ ਡਾਊਨ, ਸਕਰੀਨ ਛਡਾਓ, ਕੋਈ ਗੱਲ ਨਹੀਂ, ਰੋਂਦਾ ਰੋ ਲੈਣ ਦਿਓ, 1 ਦਿਨ 2 ਦਿਨ, ਕੁਛ ਨਹੀਂ ਹੁੰਦਾ। ਹੁਣ ਯੂਕਰੇਨ 'ਚ ਜੰਗ ਲੱਗੀ, ਤੁਸੀਂ ਦੇਖੋ ਉੱਥੇ ਵੀ ਤਾਂ ਲੋਕਾਂ ਹੁਣ ਬਿਨਾਂ ਇੰਟਰਨੈਟ ਤੋਂ ਕਈ ਰਹਿ ਹੀ ਰਹੇ ਹੋਣਗੇ ਨਾ। ਬਿਲਕੁਲ। ਇੱਥੇ ਵੀ ਸਮਝ ਲਓ ਕੱਲ੍ਹ ਨੂੰ ਸ਼ਟ ਡਾਊਨ ਹੋ ਜਾਏ ਕਿਸੇ ਗੱਲ ਕਰਕੇ, ਫਿਰ ਵੀ ਤਾਂ ਆਪਾਂ ਡੀਲ ਕਰਾਂਗੇ ਨਾ। ਬਿਲਕੁਲ। ਸੋ ਸਾਨੂੰ ਥੋੜ੍ਹਾ ਜਿਹਾ ਨਾ ਸਾਨੂੰ ਆਪ ਮੌਕੇ ਤਰਾਸ਼ਣੇ ਪੈਣੇ ਆ ਕਿ ਜਦੋਂ ਅਸੀਂ ਬੱਚਿਆਂ ਨਾਲ ਗੱਲ, ਹੁਣ ਤੁਸੀਂ ਕਾਰ 'ਚ ਬੈਠੇ ਆ, 2 ਸਾਲ ਦਾ ਬੱਚਾ, 2.5 ਸਾਲ ਦਾ ਬੱਚਾ, ਪੁੱਛੋ ਉਹਨੂੰ ਗੱਡੀ 'ਚ ਪਾਰ ਕਰਨ ਲੱਗਿਆ ਵੀ ਬੇਟੇ ਦੱਸ ਮੈਂ ਕਿੱਥੇ ਪਾਰ ਕਰਾਂ। ਅੰਗੇਜ ਹਿਮ, ਬਣਾਓ ਲੀਡਰ ਨੂੰ ਉਸ ਟਾਈਮ ਦੇ ਉੱਤੇ। ਨਿੱਕੇ ਛੋਟੇ ਕੰਮ ਹੈ। ਸਟੋਰ ਤੋਂ ਬਾਹਰ ਨਿਕਲੇ ਨੂੰ ਪੁੱਛੋ ਯਾਰ ਤਾਂ ਕਿੱਥੇ ਆਪਣੀ ਗੱਡੀ, ਰੁਕੋ ਤਾਂ ਸਹੀ 1 ਮਿੰਟ। ਉਹਨੂੰ ਲੀਡਰ, ਉਹ ਇੰਨੇ ਖੁਸ਼ ਹੁੰਦੇ ਆ ਜਦੋਂ ਕੁਛ ਕਰਦੇ ਆ ਨਾ। ਹਰ ਬੰਦਾ ਫੀਲ ਕਰਦਾ ਖੁਸ਼ੀ ਜਦੋਂ ਤੁਸੀਂ ਕੁਛ ਨਵਾਂ ਕਰਦੇ ਹੋ। ਮੈਮਰੀ ਨੂੰ ਰੀਪਰੋਡਿਊਸ ਕਰਕੇ ਉਹਨਾਂ ਮਜ਼ਾ ਨਹੀਂ ਆਉਂਦਾ ਜਿੰਨਾ ਤੁਹਾਨੂੰ ਕੁਛ ਨਵਾਂ ਕਰਕੇ ਮਜ਼ਾ ਆਉਂਦਾ। ਟੇਬਲ ਸਿਖਾਉਣ 'ਤੇ ਜ਼ੋਰ ਲਾਇਆ ਅਸੀਂ ਟੇਬਲ ਸਿਖਾਉਣ 'ਤੇ ਜ਼ੋਰ ਲਾਇਆ ਹੋਇਆ। ਅਸੀਂ ਦੇਖੋ ਇਨਫੋਰਮੇਸ਼ਨ ਹੈਗੀ ਆ ਕਿ ਮੈਨੂੰ ਪਤਾ ਹੈ ਗ੍ਰੀਨ ਕਲਰ ਕਿਹੜਾ, ਰੈੱਡ ਕਿਹੜਾ ਹੈ, 1 2 ਕੀ ਆ। ਨੌਲੇਜ ਉਦੋਂ ਬਣਦੀ ਆ ਜਦੋਂ ਅਸੀਂ ਉਸ ਇਨਫੋਰਮੇਸ਼ਨ ਨੂੰ ਅਪਲਾਈ ਕਰਦੇ ਹਾਂ। ਅਤੇ ਇਹ ਗੱਲਬਾਤ ਮੈਂ ਮਹਿਸੂਸ ਕਰ ਰਿਹਾ ਵੀ ਇਹ ਜਿਵੇਂ ਮੈਸੇਜ ਆ ਰਹੇ ਨੇ ਕਿ ਇਹ ਕੋਈ ਇਹ ਨਹੀਂ ਹੈ ਕਿ ਅਸੀਂ ਇਹੀ ਗੱਲ ਕਰਨੀ ਹੈ। ਇੱਕ ਕਿਸਮ ਦੀ ਅਸੀਂ ਹੁਣ ਮੈਂ ਮਹਿਸੂਸ ਕਰ ਰਿਹਾ ਕਿ ਲੜੀ ਹੈ ਜਿਹੜੀ ਅਸੀਂ ਜਾਰੀ ਰੱਖਾਂਗੇ। ਅਤੇ ਕੁਛ ਸਵਾਲ ਆਏ ਨੇ, ਸੋ ਉਹ ਸਵਾਲ ਵੀ ਮੈਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਕੁ ਅਸੀਂ ਅੱਜ ਲੈ ਸਕੀਏ। ਬਾਕੀ ਇਹ ਜਿਹੜੀ ਗੱਲਬਾਤ ਹੈ ਇਹ ਪੋਡਕਾਸਟ ਇਹਦਾ ਪਬਲਿਸ਼ ਹੋ ਜਾਏਗਾ 1-2 ਦਿਨਾਂ ਦੇ ਵਿੱਚ। ਇਹ ਵੀ ਅਵੇਲੇਬਲ ਹੋਏਗਾ। ਜਿਹੜੀ ਪਿਛਲੀ ਇਹਨਾਂ ਦੀ ਗੱਲਬਾਤ ਹੈ ਉਹ ਵੀ ਅਵੇਲੇਬਲ ਹੈ। ਗੱਲਬਾਤ ਅਸੀਂ ਕਰ ਰਹੇ ਹਾਂ ਡਾਕਟਰ ਬਰਜਿੰਦਰ ਚੀਮਾ ਨਾਲ।
ਬੱਚਿਆਂ ਦੀ ਸਿਹਤ ਨੂੰ ਲੈ ਕੇ, ਖਾਸ ਕਰਕੇ ਜਿਹੜੇ 5 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਅਸੀਂ ਕਿਵੇਂ ਇਸ ਮਹਾਮਾਰੀ ਤੋਂ, ਜਿਹੜੀ ਸਕਰੀਨ ਦੀ ਮਹਾਮਾਰੀ ਹੈ, ਇਸ ਤੋਂ ਕਿਵੇਂ ਬਚਾਉਣਾ, ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਬੱਚਿਆਂ ਨੂੰ ਅਸੀਂ ਸਕਰੀਨ ਨੇ ਜੋ ਰੋਗ ਪੈਦਾ ਕੀਤੇ ਨੇ, ਉਸ ਤੋਂ ਕਿਵੇਂ ਬਚਾਉਣਾ, ਉਹਦੇ ਅਸਰਾਂ 'ਚੋਂ ਕਿਵੇਂ ਕੱਢਣਾ, ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਨੇ ਸਟੂਡੀਓ 'ਚ। ਡਾਕਟਰ ਚੀਮਾ, ਹੁਣ ਟਾਈਮ ਥੋੜ੍ਹਾ ਰਹਿ ਗਿਆ, ਵੈਸੇ ਅਸੀਂ ਗੱਲਬਾਤ ਅੱਗੇ ਵੀ ਕਰਨੀ ਹੈ। ਅੱਜ ਸਾਡੀ ਗੱਲਬਾਤ 5 ਤੋਂ ਥੱਲੇ ਵਾਲੇ ਬੱਚਿਆਂ 'ਚ ਮੈਂ ਦੇਖ ਰਿਹਾ ਜ਼ਿਆਦਾਤਰ ਜਿਹੜੇ ਕੰਸਰਨ ਉਹੀ ਨੇ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਉਹ ਆਈ ਕੰਟੈਕਟ ਨਹੀਂ ਹੈ, ਬੋਲਦਾ ਨਹੀਂ ਹੈ, ਤੇ ਟੈਂਟਰਮਸ ਨੇ ਨਾ, ਬੱਚੇ ਨੂੰ ਹੈਂਡਲ ਕਿਵੇਂ ਕਰੀਏ। ਸੋ ਹੁਣ ਜਿਹੜੀ ਸਿਚੁਏਸ਼ਨ ਹੈ ਵੀ ਇਹੋ ਜਿਹੀ ਸਿਚੁਏਸ਼ਨ ਹੈ ਜਿਹਦੇ 'ਚ ਹੁਣ ਇਹ ਵਿਚਾਲੇ ਫਸੇ ਹੋਏ ਨੇ ਬੱਚੇ। ਇਹਨਾਂ ਨੂੰ ਤੁਸੀਂ ਕੁਝ ਗੱਲਾਂ ਕੀਤੀਆਂ ਨੇ ਕਿ ਵੀ ਉਹਨਾਂ ਨੂੰ ਆਪਾਂ ਕਿਵੇਂ ਡੀਲ ਕਰਨਾ। ਸੋ ਇਹ ਜਿਵੇਂ ਇੱਕ ਐਗਜ਼ਾਮਪਲ ਹੈ ਕਿ ਜੀ ਅਸੀਂ ਸ਼ਾਪਿੰਗ ਲਈ ਲੈ ਕੇ ਜਾਂਦੇ ਹਾਂ ਅਤੇ ਉਹ ਕਾਬੂ ਤੋਂ ਬਾਹਰ ਹੋ ਜਾਂਦਾ। ਹਾਂਜੀ, ਟੈਂਟਰਮ ਲਈ ਮੈਂ ਇੱਕ ਛੋਟਾ ਜਿਹਾ ਕਨਸੈਪਟ ਪੇਰੈਂਟਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾਂ। ਉਹ ਇਹ ਹੈ, ਜਦੋਂ ਬੱਚਾ ਜਿੱਦ ਕਰ ਰਿਹਾ ਨਾ, ਜੇ ਤੁਸੀਂ ਬੱਚੇ ਦੇ ਲੈਵਲ 'ਤੇ ਜਾ ਕੇ ਦੇਖੋ ਤਾਂ ਉਹਨੂੰ ਲੱਗਦਾ ਪੇਰੈਂਟਸ ਜਿੱਦ ਕਰ ਰਹੇ, ਉਹ ਕਹਿੰਦਾ ਮੈਂ ਆਹ ਕਰਨਾ, ਤੁਸੀਂ ਕਹਿ ਰਹੇ ਹੋ ਆਹ ਨਹੀਂ ਆਹ ਕਰਨਾ। ਸੋ ਬੇਸਿਕਲੀ ਅਸੀਂ ਦੋਵੇਂ ਹੀ ਜਿੱਦ ਕਰ ਰਹੇ ਹਾਂ, ਠੀਕ ਹੈ। ਬਟ ਅਸੀਂ ਚਾਹੁੰਦੇ ਹਾਂ, ਕਿਉਂਕਿ ਅਸੀਂ ਵੱਡੇ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਗੱਲ ਮੰਨੇ, ਸਾਡੀ ਜਿੱਦ ਜ਼ਿਆਦਾ ਸਹੀ ਹੈ, ਸਾਡੀ ਜਿੱਦ ਜ਼ਿਆਦਾ ਸਹੀ ਹੈ। ਇੱਥੇ ਮੈਂ ਫਿਰ ਉਹੀ ਗੱਲ ਕਹੂੰਗਾ, ਸਲੋ ਡਾਊਨ। ਉਹਦੀ ਇੱਕ ਗੱਲ ਮੰਨ ਕੇ ਤਾਂ ਦੇਖੋ, ਬੱਚਿਆਂ ਨੂੰ ਬਹੁਤਾ ਕੁਛ ਨਹੀਂ ਚਾਹੀਦਾ ਹੁੰਦਾ। ਛੋਟਾ ਬੱਚਾ ਜਿਹੜਾ ਹੁੰਦਾ ਹੈ ਉਹ ਥੋੜ੍ਹਾ ਜਿਹਾ ਇੰਪਲਸਿਵ ਹੁੰਦਾ। ਉਹ ਜਿਵੇਂ ਨਵੀਂ ਚੀਜ਼ ਦੇਖਦਾ ਨਾ, ਉਹ ਇੱਕਦਮ ਮੈਗਨੇਟ ਵਾਂਗ ਉਹਦੇ ਵੱਲ ਖਿੱਚਿਆ ਜਾਂਦਾ, ਉਹਦੀ ਇੰਪਲਸ ਹੈ। ਬਟ ਜੇ ਤੁਸੀਂ ਉਹਦੀ ਇੰਪਲਸ ਨੂੰ ਫੁੱਲਫਿਲ ਹੋਣ ਦਿੰਦੇ ਹੋ, 2 ਮਿੰਟ ਉਹਦੇ ਨਾਲ ਚਲੇ ਜਾਂਦੇ ਹੋ ਵੀ ਹਾਂ ਤੂੰ ਦੇਖ ਲਾ ਯਾਰ, ਤੂੰ ਪੰਜਾਬੀ 'ਚ ਕਹਿੰਦੇ ਤੂੰ ਆਪਣਾ ਪੁੱਸ ਪੂਰਾ ਕਰ ਲਾ, ਉਹ ਉਸੇ ਵੇਲੇ ਪੈਸੀਫਾਈ ਹੋ ਜਾਊਗਾ। ਜੇ ਮੈਂ ਤੁਹਾਨੂੰ ਕਹਾਂ ਸ਼ਮੀਲ ਜੀ, ਤੁਸੀਂ ਬਾਹਰ ਜਾਣ ਲੱਗਿਆ ਸੱਜੇ ਪਾਸੇ ਨਹੀਂ ਦੇਖਣਾ, ਬਸ ਹੋਰ ਜੋ ਮਰਜ਼ੀ ਕਰ ਲਓ, ਹੁਣ ਤੁਹਾਡਾ ਸਾਰਾ ਜ਼ੋਰ ਜਿਹੜਾ ਨਾ ਉਹ ਸੱਜੇ ਪਾਸੇ ਦੇਖਣ 'ਤੇ ਹੀ ਲੱਗਣਾ। ਬਿਲਕੁਲ, ਤੁਸੀਂ ਧਿਆਨ ਰੱਖੋਗੇ ਕਿ ਮੈਂ ਮਾੜਾ ਮੋਟਾ ਦੇਖ ਹੀ ਲਵਾਂ। ਬਟ ਇਹਦੇ ਨਾਲ ਇਹ ਤਾਂ ਇੱਕ ਆਸਪੈਕਟ ਹੈ, ਪਰ ਇੱਕ ਹੋਰ ਇੰਪੋਰਟੈਂਟ ਆਸਪੈਕਟ ਇਹਦਾ ਇਹ ਹੈ ਕਿ ਮੈਂ ਤੁਹਾਨੂੰ ਹੋਰ ਵੀ ਕਿਸੇ ਪਾਸੇ ਦੇਖਣ ਤੋਂ ਰੋਕਤਾ, ਕਿਉਂਕਿ ਤੁਹਾਡਾ ਧਿਆਨ ਮੈਂ ਸੱਜੇ ਪਾਸੇ ਨੂੰ ਲਾ ਦਿੱਤਾ, ਉਹ ਤੁਸੀਂ ਦੇਖ ਨਹੀਂ ਸਕੇ। ਹੋਰ ਕੁਝ ਜੋ ਤੁਸੀਂ ਦੇਖਣਾ ਸੀ ਉਹ ਵੀ ਮਿਸ ਹੋ ਗਿਆ ਤੁਹਾਡੇ ਕੋਲ। ਸ਼ਾਇਦ ਤੁਸੀਂ ਆਪਣੇ ਸੁਭਾਅ ਜਾਂਦੇ ਤੇ ਤੁਸੀਂ ਕੁਛ ਨਵੀਂ ਚੀਜ਼ ਦੇਖ ਲੈਂਦੇ, ਕੁਛ ਅਬਜ਼ਰਵ ਕਰ ਲੈਂਦੇ। ਹੁਣ ਮੈਂ ਤੁਹਾਨੂੰ ਸਾਈਡਾਂ ਤੋਂ ਵੀ ਕੱਟਤਾ ਅਤੇ ਰਾਈਟ ਸਾਈਡ 'ਤੇ ਵੀ ਦੇਖਣ ਨਹੀਂ ਦਿੱਤਾ। ਸੋ ਜਦੋਂ ਅਸੀਂ ਬੱਚੇ ਨੂੰ ਬਹੁਤ ਜ਼ਿਆਦਾ ਇੰਸਟਰਕਸ਼ਨਸ ਦਿੰਦੇ ਹਾਂ ਡੂਜ਼ ਐਂਡ ਡੋਂਟਸ ਵਾਲੀ, ਟੈਂਟਰਮਸ ਵੱਧ ਜਾਂਦੇ ਆ। ਸੋ ਟੈਂਟਰਮਸ ਵਧਣ ਲਈ ਤੁਹਾਨੂੰ ਕੋਆਪਰੇਟਿਵ ਹੋਣਾ ਪੈਣਾ, ਤੁਹਾਨੂੰ ਆਰਡਰ ਦੇਣਾ ਬੰਦ ਕਰੋ। ਅਸੀਂ ਬਹੁਤ ਆਰਡਰ ਦਿੰਦੇ ਹਾਂ, ਮੈਂ ਆਪਣੇ ਕਲੀਨਿਕ 'ਚ ਵੀ ਦੇਖਦਾ ਬਹੁਤ ਜ਼ਿਆਦਾ ਆਰਡਰ ਆ। ਬੱਚਾ ਕਿਸੇ ਚੀਜ਼ ਨੂੰ ਹੱਥ ਲਾਉਣ ਲੱਗਦਾ ਹੈ, ਮਾਂ ਭੱਜ ਕੇ ਜਾਂ ਡੈਡੀ ਭੱਜ ਕੇ ਫੜਦਾ, ਇਹਨੂੰ ਬਿਠਾਉਂਦਾ ਮਾੜਾ ਜਿਹਾ ਖਿੱਚ ਕੇ, ਬੈਠ ਤੇ ਡੋਂਟ ਡੂ ਇਟ। ਸੋ ਮੈਂ ਕਹਿੰਦਾ ਨਾ ਛੱਡ ਦਿਓ ਲੂਜ਼, ਕੋਈ ਗੱਲ ਨਹੀਂ, ਇਹਨੂੰ ਕਰ ਲੈਣ ਦਿਓ। ਬਟ ਉਹਨਾਂ ਕੋਲੋਂ ਰੁਕਿਆ ਨਹੀਂ ਜਾਂਦਾ, ਕਿਉਂਕਿ ਉਹਨਾਂ ਦੀ ਆਪਣੀ ਇੱਕ ਉਹਨਾਂ ਦੇ ਅੰਦਰ ਇੱਕ ਇਨਰਸ਼ੀਆ ਬਣਿਆ ਹੁੰਦਾ ਹੈ, ਬਾਰ-ਬਾਰ ਰੁਕਣ ਦਾ। ਕੁਝ ਸਾਡੇ ਜਿਹੜੇ ਅਸੀਂ ਜਿਹੋ ਜਿਹੇ ਇਨਵਾਇਰਮੈਂਟ 'ਚ ਰਹਿੰਦੇ ਹਾਂ, ਸੁਣ ਕੇ ਲੱਗਦਾ ਵੀ ਬੱਚਿਆਂ ਨੂੰ ਕੁਝ ਸਿਖਾਉਣ ਦੀ ਲੋੜ ਨਹੀਂ, ਪੇਰੈਂਟਸ ਨੂੰ ਸਿਖਾਉਣ ਦੀ ਲੋੜ। ਬਿਲਕੁਲ ਜ਼ਿਆਦਾ ਹੈ। ਦੇਖੋ ਪੰਜਾਬੀ 'ਚ ਕਹਿੰਦੇ ਆ ਵੀ ਖੇਤੀਬਾੜੀ ਸਾਰੇ ਕਰਦੇ ਆ, ਪਰ ਖੇਤੀ ਕਿਸੇ ਨੂੰ ਆਉਂਦੀ। ਸੇਮ ਪ੍ਰੋਬਲਮ ਸਾਡੀ ਪੇਰੈਂਟਿੰਗ 'ਚ ਵੀ ਹੈਗੀ ਹੈ। ਅਸੀਂ ਪੇਰੈਂਟ ਸਾਰੇ ਬਣ ਜਾਂਦੇ ਹਾਂ, ਪਰ ਸਾਨੂੰ ਰੀਅਲ ਪੇਰੈਂਟਿੰਗ ਕਿਸੇ ਨੂੰ ਆਉਂਦੀ। ਔਰ ਜੇ ਤੁਸੀਂ ਥੋੜ੍ਹਾ ਜਿਹਾ ਸਿਰਫ 25 ਕੁ ਸਾਲ ਪਿੱਛੇ ਚਲੇ ਜਾਓ, ਤੁਸੀਂ ਦੇਖੋਗੇ ਕਿ ਬਹੁਤੇ ਬੱਚਿਆਂ ਨੂੰ ਉਹਨਾਂ ਦੇ ਦਾਦਾ ਦਾਦੀ ਹੀ ਪਾਲਦੇ ਆ, ਪੇਰੈਂਟਸ ਨਹੀਂ ਪਾਲਦੇ। ਪੇਰੈਂਟਸ ਇੰਪਲਸਿਵ ਹੁੰਦੇ ਆ, ਦਾਦਾ ਦਾਦੀ ਸਗੋਂ ਆਪਣੇ ਬੱਚਿਆਂ ਨੂੰ ਝਿੜਕ ਮਾਰਨਗੇ ਵੀ ਤੂੰ ਕਿਉਂ ਇਹਨੂੰ ਝਿੜਕ ਮਾਰੀ ਜਾਂਦਾ, ਭਾਵੇਂ ਉਹਨਾਂ ਨੇ ਆਪ ਮਾਰੀਆਂ ਹੋਣ, ਪਰ ਹੁਣ ਕਿਉਂਕਿ ਉਹ ਵੱਡੇ ਹੋ ਗਏ ਆ, ਉਹ ਵੀ ਮੈਚਿਓਰ ਹੋ ਗਏ, ਉਹਨਾਂ ਨੂੰ ਵੀ ਗੱਲ ਸਮਝ ਲੱਗ ਜਾਂਦੀ ਆ, ਉਹ ਪੁੱਤਰਿਆਂ ਦਾ ਜ਼ਿਆਦਾ ਧਿਆਨ ਰੱਖਦੇ ਆ। ਬਟ ਅਸੀਂ ਕੀ ਕਹਿੰਦੇ ਹਾਂ, ਇਹ ਜੀ ਵਿਗਾੜ ਦਿੰਦੇ ਉਹਨਾਂ ਨੂੰ। ਵਿਗਾੜਦੇ ਨਹੀਂ ਆ, ਇਹ ਤੁਹਾਡੀ ਆਪਣੇ ਨਾਲ ਲੜਾਈ ਆ। ਤੁਸੀਂ ਚਾਹੁੰਦੇ ਹੋ ਕਿ ਮੈਂ ਜਿਹੜੀ ਇੰਸਟਰਕਸ਼ਨ ਦੇ ਦਿੱਤੀ ਆ, ਮੇਰਾ ਬੱਚਾ ਬਸ ਮੰਨ ਲਵੇ, ਉਹ ਰੋਬੋਟ ਦੀ ਤਰ੍ਹਾਂ ਮੇਰੇ ਵਾਂਗੂ ਮੇਰੀ ਗੱਲ ਮੰਨੀ ਜਾਵੇ। ਅਸੀਂ ਉਹਨਾਂ ਬੱਚਿਆਂ ਨੂੰ ਸਮਝਦੇ ਹਾਂ ਕਿ ਜ਼ਿਆਦਾ ਬੈਟਰ ਨੇ, ਬਟ ਇਹ ਇੱਦਾਂ ਆ ਕਿ ਤੁਹਾਡਾ ਗੱਡਾ ਫਸਿਆ ਹੋਇਆ, ਤੁਸੀਂ ਜ਼ੋਰ ਲਾ ਰਹੇ ਹੋ ਬਾਹਰ ਕੱਢਣ ਦਾ, ਪਰ ਗਲਤ ਪਾਸਿਓਂ ਲਾ ਰਹੇ ਹੋ। ਤੁਸੀਂ ਥੱਕ ਜਾਣਾ, ਪਰ ਗੱਡਾ ਫੇਰ ਨਹੀਂ ਬਾਹਰ ਨਿਕਲਣਾ। ਸੋ ਸਾਨੂੰ ਜ਼ੋਰ ਬਿਲਕੁਲ ਸਹੀ ਜਗ੍ਹਾ 'ਤੇ ਲਾਉਣਾ ਪੈਣਾ, ਅਤੇ ਉਹਦੇ ਲਈ ਸਾਨੂੰ ਵੀ ਇਨਫੋਰਮੇਸ਼ਨ ਨਹੀਂ ਕਿ ਇੱਥੋਂ ਪੜ੍ਹ ਲਈਏ, ਇਹਦਾ ਸੁਣ ਲਈਏ, ਨਹੀਂ, ਸਾਨੂੰ ਵੀ ਥੋੜ੍ਹਾ ਜਿਹਾ ਆਪਣਾ ਇੰਟਲੈਕਟ ਵਰਤਣਾ ਪੈਣਾ। ਸਾਨੂੰ ਪ੍ਰੋਸੈਸ ਦੇ ਅਕੋਰਡਿੰਗਲੀ ਚੱਲਣਾ ਪੈਣਾ ਕਿ ਹੁਣ ਆਹ ਪ੍ਰੋਸੈਸ ਹੈਗਾ ਅਤੇ ਮੈਂ ਇੱਦਾਂ ਕਰਨਾ। ਬਿਲਕੁਲ ਸਹੀ। ਸੋ ਅਗੇਨ ਮੇਰਾ ਸ਼ੁਰੂ ਤੋਂ ਇਹੀ ਫੋਕਸ ਹੈ ਕਿ ਪ੍ਰੋਸੈਸ ਨੂੰ ਸਮਝੋ, ਪ੍ਰੋਸੈਸ
ਔਰ ਬੱਚਾ ਵੀ ਅਗਰ ਪ੍ਰੋਸੈਸ ਨੂੰ ਸਮਝੇਗਾ, ਜਦੋਂ ਉਹਨੂੰ ਇੱਕ ਪ੍ਰੋਸੈਸ ਸਮਝ ਆ ਜਾਂਦੀ ਆ, ਉਹਨੂੰ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਆ ਜਾਂਦਾ ਹੈ। ਜਦੋਂ ਇੱਕ ਨਜ਼ਰੀਆ ਆ ਜਾਂਦਾ ਹੈ, ਉਹਨੂੰ ਲੇਟਰ ਔਨ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਤੋਂ ਵੀ ਬਚਾਅ ਹੋ ਜਾਂਦਾ। ਤੁਹਾਡੀ ਗੱਲ ਨੂੰ ਜਿਵੇਂ ਅਸੀਂ ਸਮੇਟਣਾ ਹੋਵੇ ਇੱਕ ਲਾਈਨ 'ਚ, ਇਹ ਹੈ ਕਿ ਵੀ ਬੱਚਿਆਂ ਨੂੰ ਕੁਛ ਸਿਖਾਉਣ ਦੀ ਕੋਸ਼ਿਸ਼ ਮਤ ਕਰੋ, ਪਹਿਲਾਂ ਆਪ ਪੇਰੈਂਟਿੰਗ ਸਿੱਖੋ। ਬਿਲਕੁਲ 5 ਸਾਲ ਤੱਕ ਤਾਂ ਉਹਨਾਂ ਨੂੰ ਡਿਸਪਲੇ ਕਰੋ ਉਹਨਾਂ ਦੇ ਸਾਹਮਣੇ, ਦੇ ਵਿਲ ਲਰਨ ਆਟੋਮੈਟਿਕਲੀ, ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ। 5 ਸਾਲ ਤੋਂ ਬਾਅਦ ਫਿਰ ਸਾਡੀ ਟੀਚਿੰਗ ਸ਼ੁਰੂ ਹੁੰਦੀ ਆ। ਸੋ ਇਹ ਗੱਲਬਾਤ ਸਾਨੂੰ ਇੱਥੇ ਖ਼ਤਮ ਕਰਨੀ ਪੈਣੀ ਹੈ, ਠੀਕ ਹੈ ਪਰ ਇਹ ਗੱਲਬਾਤ ਸਾਡੀ ਇੱਥੇ ਖ਼ਤਮ ਨਹੀਂ ਹੋ ਰਹੀ, ਇਹ ਤਾਂ ਸਾਡੀ ਇੱਕ ਲੜੀ ਹੈ ਅਤੇ ਅਸੀਂ ਇਹਨੂੰ ਜਾਰੀ ਰੱਖਾਂਗੇ। ਅਤੇ ਜਿਹੜੇ ਹੋਰ ਸਵਾਲ ਨੇ, ਅਗਲੀਆਂ ਜਿਹੜੇ ਏਜ ਗਰੁੱਪ ਦੇ ਕੁਐਸਚਨ ਨੇ, ਹਾਂਜੀ, ਜਾਂ ਇਸੇ ਏਜ ਗਰੁੱਪ ਨਾਲ ਸੰਬੰਧਿਤ ਹੋਰ ਸਵਾਲ ਹੋ ਸਕਦੇ, ਉਹਨਾਂ ਬਾਰੇ ਅਸੀਂ ਅੱਗੇ ਗੱਲਬਾਤ ਕਰਾਂਗੇ। ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਚੀਮਾ। ਸਤਿ ਸ਼੍ਰੀ ਅਕਾਲ।